हम एडमिशन एमबीबीएस में एडमिशन नहीं कराते, हम बच्चे को डॉक्टर बनाते हैं फुल फ्लेजेड। ਉਹ ਕਹਿੰਦੇ ਨੇ ਕਿ 100 ਸਿਆਣੇ ਬੰਦੇ ਨਾਲ ਮੱਥਾ ਮਾਰਨ ਨਾਲ 5 ਪੱਗ ਲੱਭ ਲਓ। जो पंजाब को स्टेट है कि पंजाब वाला बाहर का बच्चा, हरियाणा का बच्चा, इवन कि चंडीगढ़ हरियाणा का बच्चा पंजाब में एडमिशन नहीं ले सकता प्राइवेट कॉलेज में, कि जे बच्चे तो नीट क्लियर नहीं होया तो नीट तो बिना किहड़े कोर्स ने चीज़ें। बहुत सारे ऐसे भी बच्चे आते हैं हमारे पास जिनके मार्क्स बहुत अच्छे हैं और गाइडेंस के अभाव में वो बहुत गलत कॉलेज में बैठे हैं, जबकि वो उस नंबरों पे कोई बहुत अच्छा कॉलेज ले सकते थे जिससे पूरा करियर ही अलग ट्रैक पे होता। एक सवाल है मतलब ਜਿਹੜਾ ਕਿ ਹਰ ਪੇਰੈਂਟਸ ਆਉਂਦਾ ਕਿ ਅਗਰ ਐਮਬੀਬੀਐਸ 'ਚ ਐਡਮਿਸ਼ਨ ਨਾ ਹੋਇਆ ਤਾਂ ਦੂਸਰਾ ਕੋਰਸ ਤੁਹਾਡੇ ਕੋਲ ਕੀ ਆਪਸ਼ਨ ਹੈ, ਬੈਕਅਪ ਪਲਾਨ ਕੀ ਹੈ। ਆਪਣੀ ਇੰਡੀਅਨ ਮੈਂਟੈਲਿਟੀ ਹੈ ਨਾ, ਉਹਨੂੰ ਕੀ ਚਾਹੀਦਾ ਕਿ ਤੁਰੰਤ ਇਲਾਜ ਹੋਵੇ। ਜਿਵੇਂ ਕਿ ਆਪਾਂ ਕਹਿੰਦੇ ਬੁਖਾਰ ਹੋਇਆ ਡੋਲੋ ਨਾਲ ਦੀ ਨਾਲ ਦੇ ਦਿਓ, 5 ਮਿੰਟਾਂ 'ਚ ਬੁਖਾਰ ਠੀਕ ਹੋ ਜੇ। ਆਯੁਰਵੈਦਿਕ ਇਸ ਲਈ ਕਾਮਯਾਬ ਨਹੀਂ ਹੋ ਰਿਹਾ ਕਿ ਆਪਾਂ ਨੂੰ ਜਲਦੀ ਹੈ ਠੀਕ ਹੋਣ ਦੀ। ਹੁਣ ਆਪਾਂ ਕਹਿੰਦੇ ਕਾਉਂਸਲਰ ਦੀ ਲੋੜ ਕੀ ਹੈ। ਹੁਣ ਜੇ ਆਪਾਂ ਸੋਚੀਏ ਕਿ ਡਾਕਟਰ ਦੀ ਕੀ ਲੋੜ ਹੈ, ਜੇ ਡੋਲੋ ਨਾਲ ਹੀ ਬੁਖਾਰ ਠੀਕ ਕਰਨਾ ਫਿਰ ਡਾਕਟਰ ਕੋਲ ਕੀ ਕਰਨ ਜਾਣਾ। ਵੈਟਰਨਰੀ ਸਾਇੰਸ ਕੁਐਸਚਨ ਕੀ ਆਉਂਦਾ ਮੋਸਟਲੀ ਕਿ ਕੁੜੀਆਂ ਨੂੰ ਵੈਟਰਨਰੀ ਸਾਇੰਸ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਵਿੱਚ ਤਾਂ ਤੁਸੀਂ ਇਹ ਲਗਾ ਕੇ ਚੱਲੋ ਮੈਕਸਿਮਮ ਵਰਗ ਜਿਹੜਾ ਹੁਣ ਅਸੀਂ ਐਡਮਿਸ਼ਨਸ ਕਰ ਰਹੇ ਹਾਂ ਉਹ NRI वर्ग ਦੀ ਕਰ ਰਹੇ हैं, पर ड्यू टू फेक डॉक्यूमेंट्स मतलब कई बार मेरिट अप चली जाती है कि मंत्री जी अपना एडमिशन किसी मनचाहे कॉलेज में करा लेंगे, उनके बच्चे के नंबर नहीं आए तो भी पॉसिबल नहीं है जी। 110%। इवन सुप्रीम लीडर की मैं बात करूं, वो इंडिया के प्रेसिडेंट हो, प्राइम मिनिस्टर हो, उनके बच्चे को भी अगर लेना है एडमिशन तो भी काउंसलिंग प्रोसेस के थ्रू ही जाना पड़ेगा। सत श्री अकाल, मैं सुखी मंघाणिया। जे तुहाडा बच्चा 12वीं की पढ़ाई कर रहा है, इकल्ले 12वीं की नहीं, हर माता पिता ये सोचता है कि मेरे बच्चे का कैरियर चंगा होवे, पर असी कैरियर गाइडेंस की घाट के कारण, काउंसलिंग की घाट के कारण अपने बच्चे का भविख अपनी गलतियां करके तबाह कर लेने। पिछले दिनों के विच तुसीं लगातार कैरियर गाइडेंस नाल संबंधित मैडिकल की पढ़ाई नाल संबंधित जिहड़े कोर्स हुंदे है उन्हां बारे अनमोल गोता जी नूं सुणिया। ਅੱਜ ਮੇਰੇ ਨਾਲ ਅਨਮੋਲ ਗੋਤਾ ਜੀ ਵੀ ਨੇ। ਸਪੈਸ਼ਲੀ ਸਾਡੇ ਸੱਦੇ ਦੇ ਉੱਤੇ ਦਿੱਲੀ ਤੋਂ ਪਹੁੰਚੇ ਸ਼ਾਸ਼ਵਤ ਕੁਮਾਰ ਜੀ, ਜਿਹੜੇ ਪਿਛਲੇ 10-12 ਸਾਲਾਂ ਤੋਂ MBBS MD ਤੇ ਹੋਰ ਮੈਡੀਕਲ ਨਾਲ ਸੰਬੰਧਿਤ ਜਿਹੜੇ ਕੋਰਸ ਹੁੰਦੇ ਹੈ, ਜਿਹੜੀ ਪੜ੍ਹਾਈ ਹੁੰਦੀ ਹੈ, ਉਹਨਾਂ ਬੱਚਿਆਂ ਨੂੰ ਕੈਰੀਅਰ ਗਾਈਡੈਂਸ ਦੱਸ ਰਹੇ ਨੇ, ਉਹਨਾਂ ਬੱਚਿਆਂ ਦਾ ਕੈਰੀਅਰ ਸੈੱਟ ਕਰ ਰਹੇ ਨੇ। ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਮੈਡੀਕਲ ਦੀ ਪੜ੍ਹਾਈ, ਨੰਬਰ ਲੈਣਾ, ਨੀਟ ਦਾ ਪੇਪਰ ਦੇ ਦੇਣਾ ਆਮ ਗੱਲ ਹੈ। ਤੁਸੀਂ ਅਪਲਾਈ ਕਰੋਗੇ ਤੁਹਾਡਾ ਐਗਜ਼ਾਮ ਹੋ ਜਾਣਾ, ਪਰ ਬਹੁਤ ਸਾਰੇ ਬੱਚੇ ਚੰਗੇ ਰੈਂਕ ਲੈ ਕੇ ਵੀ ਚੰਗਾ ਕਾਲਜ ਨਹੀਂ ਲੈ ਪਾਉਂਦੇ। ਸਾਡੇ ਪੰਜਾਬ ਦੇ ਵਿੱਚ ਤਾਂ ਇਹ ਗੱਲ ਮਸ਼ਹੂਰ ਹੈ ਕਿ ਸਾਨੂੰ ਤਾਂ ਕੋਈ ਦੱਸਣ ਵਾਲੇ ਨਹੀਂ ਸੀ। ਦੱਸਣ ਵਾਲੇ ਬਹੁਤ ਨੇ, ਤੁਹਾਨੂੰ ਪੁੱਛਣਾ ਪਊਗਾ, ਤੁਹਾਨੂੰ ਉਹਨਾਂ ਕੋਲੇ ਪਹੁੰਚਣਾ ਪਊਗਾ। ਅਨਮੋਲ ਸਰ, ਸਾਰੇ ਕੋਰਸਾਂ ਦੀ ਅਲੱਗ-ਅਲੱਗ ਸਟੱਡੀ ਦੀ ਕੈਰੀਅਰ ਗਾਈਡੈਂਸ ਦੇਣਾ, ਉਸ ਤੋਂ ਬਾਅਦ ਉਹ ਬਹੁਤ ਸਾਲ ਉਹ 'ਚ ਵਿਚਰਦੇ ਆ, ਉਸ ਤੋਂ ਬਾਅਦ ਤੁਸੀਂ ਆ ਗਏ ਮੈਡੀਕਲ ਵੱਲ। ਮੈਡੀਕਲ ਬਾਰੇ ਤਾਂ ਇਹੀ ਗੱਲ ਆਮ ਤੌਰ ਤੇ ਕਿਹਾ ਜਾਂਦਾ ਵੀ ਬੱਚੇ ਵੀ ਇੰਟੈਲੀਜੈਂਟ ਹੁੰਦੇ ਨੇ ਜੀ, ਜਿਹੜੇ ਬੱਚੇ ਡਾਕਟਰ ਬਣਨਗੇ ਤੇ ਉਹਨਾਂ ਦੇ ਪੇਰੈਂਟਸ ਬਾਰੇ ਵੀ ਗੱਲ ਮਸ਼ਹੂਰ ਹੈ, ਪੇਰੈਂਟਸ ਵੀ ਇੰਟੈਲੀਜੈਂਟ ਨੇ। ਹਾਂਜੀ, ਉਹ ਕੈਰੀਅਰ ਗਾਈਡੈਂਸ ਤੇ ਆਹ ਕੈਰੀਅਰ ਗਾਈਡੈਂਸ 'ਚ ਕੀ ਫਰਕ ਲੱਗ ਰਿਹਾ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੀ ਇਹ ਬਿਲਕੁਲ ਠੀਕ ਹੈ, ਪਰ ਮੈਡੀਕਲ ਦੇ ਵਿੱਚ ਇਹ ਨਹੀਂ ਹੈਗਾ ਕਿ ਮੈਜੋਰਟੀ ਆਫ ਪੇਰੈਂਟਸ ਤਾਂ ਮਤਲਬ ਠੀਕ ਹੈ ਕਿ ਉਹਨਾਂ ਨੂੰ ਨੌਲੇਜ ਹੈਗੀ ਹੈ, ਜੇ ਨੌਲੇਜ ਨਹੀਂ ਵੀ ਹੈਗੀ ਤਾਂ ਬੱਚੇ ਲਈ ਉਹ ਲੈ ਲੈਂਦੇ ਨੇ ਨੌਲੇਜ, ਠੀਕ ਹੈ। ਪਰ ਕਿਤੇ ਨਾ ਕਿਤੇ ਬਹੁਤ ਅੱਜ ਵੀ ਜੇ ਮੈਂ ਕਹਾਂ ਤਾਂ 30% ਪੇਰੈਂਟਸ ਬਿਲਕੁਲ ਅਨਅਵੇਅਰਡ ਨੇ। ਇਹ ਨਹੀਂ ਹੈਗਾ ਕਿ ਸਾਰੇ ਦੇ ਸਾਰੇ ਪੇਰੈਂਟਸ ਨੂੰ ਬਿਲਕੁਲ ਹੀ ਪਤਾ ਹੁੰਦਾ ਹੈ। 70% ਵੀ ਉਹ ਨੇ ਕਿ ਜਿਹੜੇ ਇੰਟਰਸਟ ਨਾਲ ਸਿੱਖ ਰਹੇ ਨੇ, ਕਿ ਜਦੋਂ ਹੀ ਮੈਡੀਕਲ ਲਿਆ +1 'ਚ ਐਡਮਿਸ਼ਨ ਲੈ ਲਈ ਤਾਂ 2 ਸਾਲ ਉਹ ਸਰਚ ਕਰਕੇ ਆਉਂਦੇ ਨੇ। ਜੇ ਕਹੋਗੇ ਕਿ ਸਟਾਰਟਿੰਗ ਦੇ ਵਿੱਚ ਕਿੰਨਾਂ ਨੂੰ ਪਤਾ, ਉਹ 20% ਲੋਕ ਨੇ ਕਿ ਜਿਨ੍ਹਾਂ ਨੂੰ ਮੈਡੀਕਲ ਕਿੱਤੇ ਬਾਰੇ ਬਿਲਕੁਲ ਪਤਾ, ਕਿ ਜਿਨ੍ਹਾਂ ਦੇ ਪੇਰੈਂਟਸ ਮਤਲਬ ਇਸ ਲਾਈਨ 'ਚ ਆਲਰੇਡੀ ਨੇ, ਕਿ ਡਾਕਟਰ ਨੇ ਆਲਰੇਡੀ, ਉਹ 20% ਹੀ ਨੇ ਜੀ। ਕੋਈ ਇਹ ਨਹੀਂ ਹੈਗਾ ਕਿ ਸਾਰੇ ਦੇ ਸਾਰੇ ਇੰਟੈਲੀਜੈਂਟ ਉਹ ਨੇ ਕਿ ਆਲਰੇਡੀ ਆਪਾਂ ਕਹਿ ਦਈਏ ਕਿ ਬਹੁਤ ਜ਼ਿਆਦਾ ਅਵੇਅਰ ਨੇ। ਅਵੇਅਰਨੈਸ ਉਹਨਾਂ ਨੂੰ ਜਦੋਂ ਬੱਚੇ ਨੂੰ ਇਸ ਲਾਈਨ 'ਚ ਪਾਤਾ, ਉਦੋਂ ਬਾਅਦ ਉਹ ਅਲੱਗ-ਅਲੱਗ ਚੈਨਲਸ ਦੇ ਉੱਪਰ, YouTube ਦੇ ਉੱਪਰ, ਅਲੱਗ-ਅਲੱਗ ਜਿਹੜੇ ਵੀ ਪਲੇਟਫਾਰਮਸ ਨੇ ਉਹਨਾਂ ਉੱਪਰ ਉਹ ਮਤਲਬ ਨੌਲੇਜ ਅਪਗ੍ਰੇਡ ਕਰਦੇ ਰਹੇ। ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਮੈਡੀਕਲ ਵਿੱਚ ਇਹ ਨਾ ਹੋਵੇ ਕਿ ਲੈਕ ਆਫ ਨੌਲੇਜ ਕਰਕੇ ਕਿ ਮਤਲਬ ਅਸੀਂ ਰਹਿ ਜਾਈਏ। ਜਿਹੜੇ ਲੋਕਾਂ ਨੂੰ ਇਹ ਲੱਗਦਾ ਜੀ ਕਿ ਨੀਟ ਦਾ ਐਗਜ਼ਾਮ ਦਿਓ, ਚੰਗਾ ਰੈਂਕ ਲਿਓ, ਚੰਗਾ ਕਾਲਜ ਵੈਸੇ ਹੀ ਮਿਲ ਜਾਣਾ,
ਸਵਾਲ ਵੱਡਾ ਇਹ ਥੱਲੇ ਕਮੈਂਟ ਵੀ ਕਰਦੇ ਆ ਕਈ ਵਾਰੀ, ਕੋਈ ਲੋੜ ਨਹੀਂ ਗਾਈਡੈਂਸ ਦੀ ਜੀ, ਕਾਲਜ ਦਾ ਵੈਸੇ ਹੀ ਮਿਲ ਜਾਣਾ, ਕੈਫੇ ਤੋਂ ਫਾਰਮ ਭਰਾਓ, ਠੀਕ ਹੈ, ਆਨਲਾਈਨ ਫਾਰਮ ਭਰੋ, ਪੇਪਰ ਦੇ ਆਓ, ਚੰਗਾ ਕਾਲਜ ਲੈ ਲਓ। ਮੈਂ ਜੇ ਇਹ ਪੁੱਛਾਂ ਮੈਡੀਪੀਡੀਆ ਦੀ ਹੀ ਕਿਉਂ ਲੋੜ ਹੈ, ਫਿਰ गाइडेंस की क्यों लोड़ है, काउंसलिंग की क्यों लोड़ है? बहुत अच्छा सवाल है सर। मतलब ये एक ऐसा सवाल है जो हर पेरेंट पूछता है और ये बहुत जेन्युइन क्वेश्चन है कि आज की डेट में काउंसलिंग तो सारी ट्रांसपेरेंट है, ऑनलाइन है, हाँ, तो आप क्या करोगे हमारे लिए और ऐसा क्या अलग कर दोगे? अभी मेडिपीडिया का जैसे मैंने बताया कि विजन सिर्फ एक है कि हम एडमिशन एमबीबीएस में एडमिशन नहीं कराते, हम बच्चे को डॉक्टर बनाते हैं फुल फ्लेजेड जी। तो फर्स्ट स्टेप तो ये है। दूसरी चीज क्या है कि जब हम डॉक्टर बनाते हैं तो उसका 5.5 साल की डिग्री के बारे में नहीं सोच रहे, हम पूरी मतलब 8.5 साल का सफर है। एमबीबीएस 4.5 साल किया, 1 साल इंटर्नशिप किया, फिर 3 साल की एमडी करी, मतलब 8.5 साल मोटा माटी आप समझो कि एक डॉक्टर को सेटल होने में 10 साल लगते हैं। तो जब मेरे पास बच्चा आ रहा है 12th पास करके या जब मेडिपीडिया पे आ रहा है तो हम उसके 10 साल का सफर सोच के प्लान कर रहे हैं करियर। तो हम करियर प्लानर्स हैं, ना कि कोई एक एजेंट जो कि सिर्फ एडमिशन करा के जय सिया राम ऐसी वाली बात। पहला डिफरेंस ये है कि हम आपके साथ साथ चलते हैं, बिकॉज जैसे कि मैंने बोला कि मैं 20 साल पहले उस स्टेज में था जहां पे आज 12th पास बच्चा है, करेक्ट। अब हमने उस सफर में ये सारी चीजें देखी हैं, सक्सेस भी देखी, फेलियर भी देखा, कहीं कभी फेल भी हुए किसी चीज में तो सिंगल हैंडेडली कैसे हैंडल किया, घर वालों के साथ कैसे डील करना है, टीचर के साथ। तो और 4th ईयर में आके माइंडसेट क्या होता है बच्चे का या पेरेंट का? पेरेंट सोच रहा होता है कि अब तो ये सेटल हो जाएगा, बच्चा सोच रहा होता है कि यार मैंने इतना तो कुछ किया नहीं कि मैं कैसे सेटल हूं, करेक्ट। तो एज अ काउंसलर ये समझना बहुत जरूरी है, साइकोलॉजी पेरेंट्स की भी और बच्चे की। क्योंकि डॉक्टर क्या करता है सर, आप समझो, एज अ मरीज जब हम डॉक्टर के पास जाते हैं तो उसको हम बताते हैं ना अपना पेन, अपना दर्द, तब तो वो दवा दे पाएगा। एक काउंसलर को ये खुद ब खुद समझना पड़ता है। आप समझ रहे हैं ये चीज? तो मेडिपीडिया में आपको ऐसे ही काउंसलर मिलेंगे जो हमेशा से विद गॉड्स ग्रेस, भगवान ने भी हमें बहुत अच्छे काउंसलर्स एज इन अनमोल सर है, पूर्णिमा मैम है, रंजीव सर है, शिप्रा मैम है, मैं खुद हूँ, और आज भी हम खुद इन्वॉल्व हैं काउंसलिंग में। एक ऐसी चीज नहीं है कि जस्ट एक स्टाफ रख दिया और उसको सिखा दिया और वो ही काउंसिल कर रहा है, हम खुद इन्वॉल्व हैं पर्सनली। ये सबसे बड़ा डिफरेंस है मेडिपीडिया या किसी और काउंसलर के बीच में कि हमारी पर्सनल अटेंशन है। अगर 2000 बच्चे का भी एडमिशन हम कर रहे हैं तो हर बच्चे के ग्रुप में होंगे, इसका क्या प्लानिंग चल रहा है, सबके इंडिविजुअल ग्रुप्स। तो उस हिसाब से हम वैल्यू एडिशन में ज्यादा विश्वास रखते हैं एक्चुअली। क्योंकि पैसा तो देखिए सर कमाया जा सकता है, बट अगर हमारा एक ही थॉट प्रोसेस है कि मैं अगर डॉक्टर बनता तो शायद 2 लाख लोगों को ट्रीट कर पाता ज्यादा से ज्यादा, बट आज अगर हमने 2 लाख डॉक्टर बना दिए, अच्छे अपने देश को दे दिए, तो 2 लाख इंटू 2 लाख मतलब कितना कंट्रीब्यूशन हुआ। सो जब जॉब में थे तो शायद इस तरीके की चीजें नहीं सोच सकते थे, बट आज थैंक्स टू मेडिपीडिया की इस प्लेटफॉर्म की वजह से हम ये सोच भी पा रहे हैं वैल्यू एडिशन की। और जब बच्चा कहीं पे भी काउंसलिंग लेने जा रहा है, जैसे आप ही सोचो एज अ पेरेंट, आप क्या सोचते हो जब जाते हो किसी के पास भी काउंसलिंग लेने कि यार ये मेरे को ना सही तरीके से बता दे सारी चीजें, पैसे भले ही कितने ले ले, लेकिन मेरे को कल को 5 साल मेरे खराब ना हो। मेन चीज ये है। तो सही कॉलेज में पहुंचना, रैंक लाना, जैसा आपने बोला कि रैंक तो बहुत अच्छी है, और खुद ब खुद अगर होती चीजें, बहुत सारे ऐसे भी बच्चे आते हैं हमारे पास जिनके मार्क्स बहुत अच्छे हैं और गाइडेंस के अभाव में वो बहुत गलत कॉलेज में बैठे हैं, जबकि वो उस नंबरों पे कोई बहुत अच्छा कॉलेज ले सकते थे जिससे पूरा करियर ही अलग ट्रैक पे होता। बट आज जस्ट, और फिर जब 5 साल बाद उन्हें ये पता चलता है तो बस वो कह देते हैं कि नहीं हमारी शायद किस्मत ही यही थी। अनअवेयरनेस को आप किस्मत का दोष नहीं दे सकते। हम अगर किसी फील्ड में जा रहे हैं तो हमें रिसर्च तो करनी चाहिए ऐसे। और आज की डेट में, पहले हमारे टाइम पे नहीं था काउंसलर, बट आज तो अवेलेबल है, आज कोशिश तो कीजिए जी। हालांकि लोगों का नेक्स्ट क्वेश्चन होता है कि सर स्कैम बहुत है इस फील्ड में, राइट? इसके लिए तो आपको रिसर्च करनी है सर, सारे के सारे तो नहीं सही होंगे। गल होर निकल के आई है, ऑनलाइन फार्म बंदे ने भरिया फलाना कॉलेज, ਹੁਣ ਇਹ ਤਾਂ ਜਾਣਦਾ ਵੀ ਆ ਨਾਮ ਹੈ ਕਾਲਜ ਦਾ, ਇੱਥੇ ਕਾਲਜ ਬਾਰੇ ਤਾਂ ਨਹੀਂ ਜਾਣਦਾ ਉਹ ਨਾ। ਬਿਲਕੁਲ ਠੀਕ। ਇਹ ਮਿਲਿਆ ਗਾਈਡੈਂਸ ਦਾ ਬਹੁਤ ਵੱਡਾ ਪੁਆਇੰਟ ਹੈ। ਉਸ ਕਾਲਜ ਬਾਰੇ ਤਾਂ ਜਾਣਦਾ ਹੀ ਨਾ, ਉੱਥੇ ਕਿਹੋ ਜਿਹੀ ਸਟੱਡੀ ਹੈ, ਕਿਹੋ ਜਿਹੇ ਟੀਚਰ ਨੇ, ਕਿਹੋ ਜਿਹੀ ਮੈਨੇਜਮੈਂਟ ਹੈ, ਕੀ ਪ੍ਰੈਕਟੀਕਲ ਹੈ, ਜਿੱਥੇ ਇੰਟਰਨਸ਼ਿਪ ਲੱਗਦੀ ਹੈ ਉਹ ਕਿਹੋ ਜਿਹਾ ਸਿਸਟਮ ਹੈ ਉੱਥੇ, ਉਹਦੇ ਬਾਰੇ ਤੁਹਾਨੂੰ ਤਾਂ ਪਤਾ ਹੀ ਹੋਣਾ। ਹਾਂ ਬਿਲਕੁਲ ਬਿਲਕੁਲ। ਇਹ ਤਾਂ ਬਹੁਤ ਅੱਛਾ ਕੁਐਸਚਨ ਹੈ। ਇਹਦੇ ਵਿੱਚ ਕੀ ਹੈ ਕਿ ਬੱਚਾ ਕੀ ਕਰਦਾ ਹੈ, ਗੂਗਲ ਤੇ ਸਰਚ ਕੀਤਾ ਕਿ ਟੌਪ 50 ਕਾਲਜਿਸ, ਉਹਦੇ ਅਕੋਰਡਿੰਗ ਬੱਚੇ ਨੇ ਫਿਲ ਕਰਤਾ।
ਗੂਗਲ ਕਰਕੇ ਉਹਨੇ ਸਰਚ ਕੀਤਾ ਟੌਪ 50 ਮੈਡੀਕਲ ਕਾਲਜ ਇਨ ਇੰਡੀਆ, ਉਹਦੇ ਅਕੋਰਡਿੰਗ ਸੀਕੁਐਂਸ ਭਰਤਾ, ਜਾਂ ਲਾਸਟ ਈਅਰ ਦੀ ਕੱਟ ਆਫ ਦੇਖੀ, ਉਹਦੇ ਅਕੋਰਡਿੰਗ ਕਿਵੇਂ ਗਈ ਹੈ ਤਾਂ ਉਹਦੇ ਅਕੋਰਡਿੰਗ ਉਹਨੇ ਫਿਲ ਕਰਤਾ। ਜ਼ਿਆਦਾ ਡਿਟੇਲ ਦੇ ਵਿੱਚ ਤਾਂ ਵੱਧ ਤੋਂ ਵੱਧ ਕੀ ਇੱਕ ਬੱਚੇ ਨੂੰ 1 ਜਾਂ 2 ਬੱਚੇ ਜਾਣਦੇ ਹੋਣਗੇ ਜੋ ਕਿ ਉਸ ਕਾਲਜ 'ਚ ਬੈਠੇ ਜਿੱਥੇ ਉਹਦਾ ਐਡਮਿਸ਼ਨ ਨਹੀਂ ਹੋਣਾ। ਬਹੁਤ ਘੱਟ ਚਾਂਸ ਹੁੰਦੇ ਨੇ ਕਿ ਉਹਦਾ ਫਰੈਂਡ ਸੇਮ ਕਾਲਜ ਦੇ ਵਿੱਚ, ਬਹੁਤ ਘੱਟ ਚਾਂਸਿਸ ਨੇ ਕਿਉਂਕਿ ਮਾਰਕਸ ਡਿਫਰੈਂਸ ਹੋਊਗਾ ਜੀ। ਤਾਂ ਇਸ ਕਰਕੇ ਮਤਲਬ ਉਹਦੀ ਨੌਲੇਜ ਦਾ ਬਹੁਤ ਫਰਕ ਹੁੰਦਾ ਹੈ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਨੌਲੇਜ ਤਾਂ ਜਸਟ ਉਹਨੇ ਗੂਗਲ ਕੀਤਾ ਹੋਇਆ, ਬਸ ਇਹ ਤੋਂ ਵੱਧ ਕੁਝ ਨਹੀਂ ਹੈਗਾ ਜੀ। ਇਹ ਗੂਗਲ ਨਾਲ ਨਹੀਂ ਚੱਲਦਾ ਜੀ ਕੰਮ। ਸਾਡੇ ਤਾਂ ਪੰਜਾਬ ਦੇ ਵਿੱਚ ਜਿਹੜਾ ਏਜੰਟ ਸ਼ਬਦ ਹੈ ਵੈਸੇ ਤਾਂ ਵਧੀਆ ਸ਼ਬਦ ਹੈ ਜੀ, ਐ ਹੁਣ ਦਲਾਲ ਸ਼ਬਦ ਹੈ ਪ੍ਰਾਪਰਟੀ ਦਾ। ਹਾਂਜੀ ਹਾਂਜੀ, ਸਾਰੀ ਦੁਨੀਆ ਦਲਾਲਾਂ ਤੋਂ ਪ੍ਰਾਪਰਟੀ ਖਰੀਦਦੀ ਹੈ। ਦਲਾਲ ਕਹਿਣਗੇ ਮਾੜੇ ਹੁੰਦੇ ਨੇ ਜੀ। ਜਿਹੜੇ ਸ਼ਹਿਰ 'ਚ ਮੈਂ ਰਹਿਣਾ ਸਰ ਜਾਣਦੇ ਹੋਣਗੇ, ਹਾਂਜੀ ਹਾਂਜੀ, ਫਲਾਨਾ ਦਲਾਲ, ਸਾਰੇ ਲੋਕ ਪ੍ਰਾਪਰਟੀ ਤੋਂ ਖਰੀਦਦੇ ਨੇ, ਬਿਲਕੁਲ, ਨਾਲੇ ਕਮਿਸ਼ਨ ਦਿੰਦੇ ਨੇ, ਨਾਲੇ ਪਤਾ ਹੀ ਪੈਸੇ ਵੱਧ ਕਮਾਉਂਦਾ ਹੈ, ਪਰ ਸਰਦਾ ਫਿਰ ਵੀ ਨਹੀਂ। ਬਿਲਕੁਲ। ਹੁਣ ਸਾਡੇ ਲੋਕਾਂ ਨੇ ਏਜੰਟ ਸ਼ਬਦ ਨੂੰ ਬਦਨਾਮ ਕਰਤਾ। ਹਰ ਫੀਲਡ ਸਾਡਾ ਮੀਡੀਆ ਹੈ ਜੀ, ਬਿਲਕੁਲ, ਹਰ ਫੀਲਡ 'ਚ ਚੰਗੇ ਮਾੜੇ ਲੋਕ ਹੁੰਦੇ ਆ। ਏਜੰਟ ਸ਼ਬਦ ਤੇ ਕੈਰੀਅਰ ਕਾਉਂਸਲਰ ਜੀ, ਇਹਨੂੰ ਡਿਫਾਈਨ ਕਰੋ सर। बेसिकली एजेंट, ये 2 वर्ड तो देखिए क्या है, प्रोफेशन तो सेम ही है, एजेंट है, करियर काउंसलर है, सेम है। लेकिन एजेंट इस करके मैंने बोला ना, एजेंट और करियर काउंसलर में क्या है कि एजेंट शायद एडमिशन करा के छोड़ देगा, उसको आगे पीछे का नहीं पता, वो एक्सपर्ट नहीं है। लेकिन एक करियर प्लानर या करियर काउंसलर क्या करेगा कि यार कल को 2nd ईयर MBBS में आपको क्या प्रॉब्लम आ रही है, वहां पे भी वो गाइड करेगा। और इवन कैसा है कि कल को MBBS करके आपको PG इंडिया से करनी है, अब्रॉड से करनी है, कौन कौन से आप कोचिंग कर सकते हो, या मतलब कब आपको शुरू करना चाहिए। क्योंकि कहीं ना कहीं आप देखेंगे MBBS का बच्चा पहले बहुत सारा ड्रॉप करता है, फिर कॉलेज मिलता है उसको। अब उस बच्चे की गलती नहीं कि वो ये सोचे कि चल यार 2 साल तो चिल कर लेते हैं कॉलेज में। इतने टाइम में उसका ये टाइम निकल गया कि वापस से उसको PG के लिए ड्रॉप करना पड़ जाएगा। हम क्या गाइड करते हैं कि आप 2nd ईयर से तैयारी शुरू करिए, 1 घंटे भी अगर आपने एक्स्ट्रा दिए अपने पढ़ाई से के साथ साथ, तो आपका PG के लिए आपको ड्रॉप नहीं लेना पड़ेगा। PG पोस्ट ग्रेजुएट जी, पोस्ट ग्रेजुएशन। तो अब एक आई डोंट नो हर कोई ये गाइड कर रहा है कि नहीं, बट हम तो जैसा मैंने बोला ना कि करियर प्लानर मतलब ही यही है ना। जैसे हम घर बनाते हैं, आर्किटेक्ट हायर करते हैं, क्यों करते हैं? हमने सैकड़ों घर देखे, हजारों घर, लेकिन हर कोने का सही इस्तेमाल करना कौन जानता है? आर्किटेक्ट। इसके लिए आर्किटेक्ट को, अभी आर्किटेक्ट को भी आप एजेंट बोल सकते हो, लेकिन प्रोफेशन वाइज अगर वो पूरा आपको सही गाइड कर रहा है तो आप भी जी करके बात करते हैं ना। आपको भी पता है कि उसने पैसे भी बहुत मेरे बचाए और सही इस्तेमाल किया जी पैसों का, करेक्ट। तो ये करियर प्लानर और एजेंट में अलग, मतलब ये डिफरेंस आप बोल सकते हैं कि यार हर स्टेप पे रहेगा। PG तक हैं हम साथ में, मेडीमीडिया भी। और इवन जो आपने ये पूछा सर से ना कि साइबर कैफे से फॉर्म भरा लेता है नॉल, है ना, बच्चा साइबर कैफे से फॉर्म भरा लेता है, कोई ऐसी दिक्कत नहीं। अभी मेडीपीडिया का रोल, जैसे हम चीजें गाइड करते हैं, हम ये नहीं कहते जी कि आप फॉर्म, हम गाइड कर रहे हैं आप फॉर्म भर लो, हम बता दे रहे हैं ये वेबसाइट है यहाँ चले जाओ। हम पूरी रिस्पॉन्सिबिलिटी लेते हैं सर, क्योंकि एज अ पेरेंट उनकी इंटेंट पे तो हमें कोई डाउट नहीं है, वो बेहतरीन इंटेंट है। लेकिन एज अ एक्सपर्ट हो सकता है उन्हें फॉर्म भरना ना आता हो सकता है उन्हें एक छोटा सा पॉइंट ना पता हो, डोमिसाइल का क्राइटेरिया, छोटी छोटी चीजें हैं जो एक्चुअली बहुत बड़ी चीज नहीं है काउंसलिंग, लेकिन जो छोटी छोटी चीजें डिफरेंस क्रिएट करती हैं वो बड़ा बना देती हैं करियर को, और यहीं पे लैग करता है बच्चा। और कहीं पे भी ऐसे ਇਹ ਵੀ ਛੋਟੀ ਗੱਲ ਹੀ ਹੈ। ਫਾਰਮ 50 ਕਾਲਜ ਆ ਗਏ। हाँ जी, ਹੁਣ ਸਾਡੇ ਆ ਏਰੀਆ ਦੇ ਬਥੇਰੇ ਕਾਲਜ ਨੇ। ਅਗਲਾ ਕਹਿੰਦਾ ਨਾ, ਜੋ ਅਗਲਾ ਜਾ ਕੇ ਦੇਖਦਾ ਹੈ ਵੀ ਕਿੱਥੇ ਫਸ ਗਿਆ ਮੈਂ। ਕਾਲਜ ਬਾਰੇ ਤਾਂ ਸਟੂਡੈਂਟ ਜਾਣਦਾ ਨਹੀਂ ਹੈਗਾ ਨਾ, ਉਹਦਾ ਇਹ ਜਾਣਦਾ ਸੋਹਣਾ ਨਾਮ ਹੈ ਕਾਲਜ ਦਾ ਯਾਰ, बिल्कुल। ਜਾਂ ਨਾ भर दो। इसलिए जब करियर काउंसलर आप चूज कर रहे हैं तो विंटेज जरूर देखिए कि वो कितने सालों से काम कर रहे हैं। बिकॉज आज मेडीपीडिया में एनरोल करने का आपको फायदा क्या है एज अ मेडिकल स्टूडेंट? पहली चीज कि हमारा बच्चा लगभग हर कॉलेज में होगा इंडिया के, तो या तो हम खुद कॉलेज विजिट कर रहे हैं या उससे रियल टाइम फीडबैक ले रहे हैं। कॉलेज के बारे में बेस्ट कौन बता सकता है? कॉलेज की मैनेजमेंट? बिल्कुल भी नहीं। स्टूडेंट जो वहां का भुक्तभोगी है, या तो बेनिफिशियरी है या भुक्तभोगी, दोनों कह सकते हैं। तो हॉस्टल कैसा है, पढ़ाई कैसी है, टीचर कैसा है, कैंपस कैसा है, उसके बारे में स्टूडेंट से अच्छा कोई नहीं बता सकता। और आज हमारी सबसे बड़ी खास बात यह है कि हम अपने स्टूडेंट से बहुत कनेक्टेड रहते हैं। क्यों? क्योंकि पीजी तक का सफर साथ है। तो किसी कॉलेज के बारे में अगर आपको पूछना है तो डीएमसी लुधियाना कैसा कॉलेज है, गूगल पे देख के नहीं बताएगा मेडीपीडिया का काउंसलर, उसको एग्जैक्टली पता है कि जी डीएमसी में तो ये प्लस पॉइंट्स हैं। आप समझ रहे हैं जी। तो हर कॉलेज के बारे में, मतलब डॉक्टर जैसे
मरीज का वो करता है, वैसे ही हमारा काम है कॉलेज का पोस्टमार्टम करना, और उसको खुली किताब की तरह, क्योंकि आप अपना बजट लेके आए हो, आप आपके मार्क्स लेके आए हो, उसमें बेस्ट क्या है लेने को, तो पंजाब का भी कॉलेज ले सकते हो, बट हो सकता है दिल्ली का कॉलेज पंजाब से बेहतर हो आपके करियर के लिए, तो वो चीजें हम गाइड करते हैं। ਮੈਡੀਪੀਡੀਆ ਦੇ ਆਫਿਸ ਕਿੱਥੇ ਨੇ, ਇਹਦੇ ਨਾਲ ਰਿਲੇਟਡ ਮੈਂ ਗੱਲ ਚਾਹਾਂਗਾ ਕਿ ਜਿਹੜੇ ਪੇਰੈਂਟਸ ਅੱਜ ਕੱਲ੍ਹ ਸਟੱਡੀ ਲੋਨ ਚੱਲ ਰਹੇ ਨੇ, ਕਰੋੜਾਂ ਦੇ ਕੋਰਸ ਨੇ, ਹੁਣ ਦੋ ਚੀਜ਼ਾਂ ਨਹੀਂ ਆ, ਇੱਕ ਪੇਰੈਂਟਸ ਸਲਾਹਕਾਰ ਇਹ ਵੀ ਸੋਚ ਸਕਦਾ ਹੈ ਵੀ ਕਰੋੜ ਰੁਪਏ ਲੈ ਲਓ, ਬਿਜ਼ਨਸ ਤੇ ਲਾ ਦਿਓ, ਕਾਰੋਬਾਰ ਤੇ ਲਾ ਦਿਓ, ਬੱਚਾ ਛੇਤੀ ਸੈੱਟ ਹੋ ਜਾਊਗਾ। ਡਾਕਟਰੀ ਦੇ ਲੋਨ ਲੈ ਕੇ ਪੜ੍ਹਾਈ ਕਰਨ ਦਾ ਮਤਲਬ ਤੇ ਕੀ ਉਹ ਪੈਸਾ ਕਿਵੇਂ ਪੈਸਾ ਰਿਕਵਰ ਹੋ ਸਕਦਾ ਹੈ, ਇਹ ਵੀ ਸਵਾਲ ਜਿਹਨੇ ਇੱਕ। ਬਿਲਕੁਲ ਠੀਕ ਹੈ, ਉਹਦਾ ਡਿਪੈਂਡ ਕਰਦਾ ਕਿ ਤੁਹਾਡਾ ਕੀ ਹੈ ਕਿ ਲੋਨ। ਮੈਂ ਦੇਖੋ ਰਿਕਮੈਂਡ ਹਮੇਸ਼ਾ ਹੀ ਕਰਦਾ ਪੇਰੈਂਟਸ ਨੂੰ, ਮੇਰੇ ਕੋਲ ਮੋਸਟਲੀ ਪੇਰੈਂਟਸ ਆਉਂਦੇ ਨੇ ਕਿ ਅਸੀਂ ਸਟੱਡੀ ਲੋਨ ਲੈਣੇ, ਠੀਕ ਹੈ, ਪਰ ਆਪਾਂ ਪੇਰੈਂਟਸ ਨੂੰ ਇਹ ਸਮਝਾਈਦਾ ਕਿ ਜੇ ਤੁਹਾਡੇ ਕੋਲ 5 ਸਾਲ ਦਾ ਕੋਰਸ ਹੈ ਤਾਂ ਲੈਟਸ ਸਪੋਜ਼ 2 ਸਾਲ ਦੀ ਫੀਸ ਹੈ, ਜਿੰਨੇ ਫੀਸ ਹੈਗੀ ਹੈ ਐਟਲੀਸਟ ਉਨੀ ਤਾਂ ਤੁਸੀਂ ਦਿਓ, ਸਟਾਰਟਿੰਗ 'ਚ ਲੋਨ ਲੈਣ ਦੀ ਕੋਈ ਲੋੜ ਨਹੀਂ ਹੈਗੀ। ਮਤਲਬ ਤੁਹਾਡੇ ਸੇਵਿੰਗ ਅਕਾਊਂਟ 'ਚ ਪਏ ਨੇ, ਸੇਵਿੰਗ ਅਕਾਊਂਟ 'ਚ ਜਿਹੜਾ ਇੰਟਰਸਟ ਰੇਟ ਉਹ 3 ਤੋਂ 4% ਮੈਕਸੀਮਮ ਬੈਂਕ ਦਾ, ਅਤੇ ਜਿਹੜਾ ਲੋਨ ਹੈ ਉਹ ਹੋਣਾ ਤੁਹਾਡਾ 10 ਤੋਂ 12%। ਤਾਂ 2 ਸਾਲ ਦੀ ਅਗਰ ਫੀਸ ਹੈਗੀ ਐਟਲੀਸਟ ਉਹਦਾ ਪੇ ਕਰੋ, ਠੀਕ ਹੈ, ਉਦੋਂ ਬਾਅਦ ਤੁਸੀਂ ਲੋਨ ਲੈ ਸਕਦੇ ਹੋ। ਜੇ ਤੁਹਾਡੇ ਕੋਲ ਬਿਲਕੁਲ ਹੀ ਕੁਛ ਨਹੀਂ ਹੈਗਾ ਤਾਂ ਅਸੀਂ ਇਹ ਰਿਕਮੈਂਡ ਕਰਾਂਗੇ ਕਿ ਫੀਸ ਨੋਰਮਲ ਜਿਹੜਾ ਕਾਲਜ ਹੈ, ਕਿ ਜਿਹੜਾ ਐਵਰੇਜ, ਇਹ ਨਹੀਂ ਕਿ 1 CR ਵਾਲਾ 1 ਕਰੋੜ ਵਾਲਾ ਨਹੀਂ, ਮਤਲਬ ਕਿ ਜਿਹਨੂੰ ਕਹਿ ਲਓ ਕਿ ਸਾਲ ਦੀ 10 ਲੱਖ ਰੁਪਏ ਫੀਸ, ਕਿ 45 ਤੋਂ 50 ਲੱਖ ਰੁਪਇਆ ਟੋਟਲ MBBS 10 ਲੱਖ ਰੁਪਏ ਹੋ 60 ਲੱਖ ਦੇ ਵਿੱਚ ਕਰਿਆਨਾ ਖਾਣਾ ਪੀਣਾ, ਉਹਨਾਂ ਕੁ ਬੱਚਾ ਬਾਅਦ ਵਿੱਚ ਉਹਨੂੰ ਪੇ ਕਰ ਸਕਦਾ। ਲੋਨ ਹਮੇਸ਼ਾ ਹੋਣਾ ਚਾਹੀਦਾ, ਇੱਕ ਪੋਜ਼ਿਟਿਵ ਪੁਆਇੰਟ ਹੈ, ਲੋਨ ਮਾੜੀ ਗੱਲ ਨਹੀਂ ਹੈਗੀ। ਲੋਨ ਨਾਲ ਬੱਚੇ ਦਾ ਦਿਮਾਗ ਜ਼ਿਆਦਾ ਚੱਲਦਾ, ਕਿ ਮੈਨੂੰ ਪਤਾ ਮਤਲਬ ਹਮੇਸ਼ਾ ਚਾਹੇ ਕੁਛ ਅਮਾਊਂਟ ਦਾ ਹੀ ਹੋਵੇ, ਪੇਰੈਂਟਸ ਕੋਲ ਅਗਰ ਪੈਸੇ ਹੈ ਵੀ ਹੈ ਨਾ ਤਾਂ ਅਸੀਂ ਇਹ ਰਿਕਮੈਂਡ ਕਰਾਂਗੇ ਕਿ ਉਹ ਥੋੜ੍ਹਾ ਜਿਹਾ ਲੋਨ ਤਾਂ ਲੈ ਹੀ ਲੈਣਾ, ਤਾਂ ਕਿ ਬੱਚੇ ਦਾ ਦਿਮਾਗ ਜ਼ਿਆਦਾ ਚੱਲੇ। ਨਹੀਂ ਤਾਂ ਬੱਚਾ ਐਕਚੁਅਲੀ ਕੀ ਹੈ ਕਿ ਕੰਫਰਟ ਜ਼ੋਨ 'ਚ ਚਲਾ ਜਾਂਦਾ। ਹੁਣ ਥੋੜ੍ਹਾ ਬਹੁਤ ਲੋਨ ਜੇ ਲੈ ਨਾ, ਮਤਲਬ ਜੇ ਹੈਗੇ ਵੀ ਨੇ ਤਾਂ ਵੀ ਲੋਨ ਰਿਕਮੈਂਡ ਕਰਾਂਗੇ ਆਪਾਂ, ਥੋੜ੍ਹਾ ਜਿਹਾ ਹੋਵੇ, ਤਾਂ ਕਿ ਇਹਨੂੰ ਪਤਾ ਕਿ ਮੇਰੀ ਮੈਨੇ ਸੈਲਰੀ ਦੇਣੀ, ਤਾਂ ਕਿ ਕਮ ਸੇ ਕਮ ਉਹ ਵੇਸਟ ਨਹੀਂ ਕਰੂਗਾ ਪੈਸੇ ਦੀ। ਹਾਂ, ਲੋਨ ਦੀ ਕਿਸ਼ਤ ਉਹਦੇ ਮਤਲਬ ਸੈਲਰੀ 'ਚ ਜਾਣੀ ਚਾਹੀਦੀ ਹੈ, ਇਸ ਲਈ ਲੋਨ ਬਹੁਤ ਜ਼ਿਆਦਾ ਵਧੀਆ ਚੀਜ਼ ਹੈ। ਮਤਲਬ ਐਟਲੀਸਟ ਇੰਨਾ ਕੁ ਹੋਵੇ ਕਿ ਬੰਦਾ ਜ਼ਿਆਦਾ ਉਹ ਕੁਛ ਵੀ ਨਾ ਆ ਜਾਏ ਕਿ ਵਿਆਜ ਜ਼ਿਆਦਾ ਇੰਟਰਸਟ ਦੇਣਾ ਪੈ ਜੇ, ਪਰ ਅਸੀਂ ਫਿਰ ਵੀ ਇੰਨੀ ਕੁ ਅਮਾਊਂਟ ਚਾਹੁੰਦੇ ਹਾਂ ਕਿ ਉਹਦਾ ਦਿਮਾਗ ਉਸ ਤਰ੍ਹਾਂ ਚੱਲੇ ਕਿ ਮੈਨੇ 20 ਲੱਖ ਰੁਪਏ ਬਾਕੀ ਪੇਰੈਂਟਸ ਨੇ ਭਰਤਾ, ਮੈਂ 20 ਲੱਖ ਉਤਾਰਨਾ ਨਹੀਂ, ਹਾਂ, ਫਿਰ ਉਹਨੂੰ ਮਤਲਬ ਆਟੋਮੈਟਿਕ ਉਤਾਰੇ। ਅਸੀਂ ਹਮੇਸ਼ਾ ਪੇਰੈਂਟਸ ਨੂੰ ਕਹਿੰਦੇ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਲੋਨ ਤਾਂ ਕਰਾਈ ਲਓ। ਮੈਡੀਪੀਡੀ ਆਫਿਸ, ਹਾਂਜੀ, ਦੇਖੋ ਸਭ ਤੋਂ ਪਹਿਲਾਂ ਜਿੱਥੇ ਮੈਂ ਬੈਠਦਾ ਉਹ ਚੰਡੀਗੜ੍ਹ ਦੇ ਵਿੱਚ ਆਫਿਸ ਹੈ। ਉਦੋਂ ਬਾਅਦ ਪੰਜਾਬ ਦੇ ਵਿੱਚ 2 ਬ੍ਰਾਂਚਿਸ ਨੇ, ਬਠਿੰਡਾ ਅਤੇ ਸੰਗਰੂਰ, ਉੱਥੇ ਰਣਜੀਤ ਸਰ ਬੈਠਦੇ ਨੇ, ਇੱਕ ਸ਼ਾਸ਼ਵਤ ਸਰ ਔਰ ਸ਼ਿਪਰਾ ਮੈਡਮ, ਇਹ ਬੈਠਦੇ ਨੇ ਦਿੱਲੀ ਜਨਕਪੁਰੀ ਦੇ ਵਿੱਚ। ਫਿਰ ਉਸ ਤੋਂ ਬਾਅਦ ਬੈਂਗਲੋਰ, ਜਿੱਥੇ ਪੂਰਨਿਮਾ ਮੈਡਮ ਬੈਠਦੇ ਨੇ, ਬੈਂਗਲੋਰ ਦੇ ਵਿੱਚ ਮਾਰਾਥਲੀ ਦੇ ਵਿੱਚ ਆਫਿਸ ਹੈ ਸਾਡੇ। ਮਤਲਬ 5 ਆਫਿਸ ਤਾਂ ਉਹ ਨੇ ਕਿ ਜਿਹੜੇ ਐਕਟਿਵ, ਜਿੱਥੇ ਕਿ ਮੈਨੇਜਮੈਂਟ ਬੈਠਦੀ ਹੈ। ਬਾਕੀ ਜਿੱਥੇ ਡਾਕੂਮੈਂਟ ਕਲੈਕਸ਼ਨ ਸੈਂਟਰ ਉਹ ਇੰਡੀਆ ਦੇ ਘੱਟੋ ਘੱਟ 20 ਸਟੇਟਾਂ ਦੇ ਵਿੱਚ ਹੈ, ਕਿ ਜਿੱਥੇ ਕਿ ਇੱਕ ਮਤਲਬ ਸਾਡੇ ਮਤਲਬ ਜਿਹੜੇ ਅਟੈਚ ਪੇਰੈਂਟਸ ਲਾ ਲਓ, ਕੋਈ ਮਿਲਣ ਵਾਲੇ ਲਾ ਲਓ, ਐਸੋਸੀਏਟਸ ਲਗਾ ਲਓ, ਉਹ ਸਾਡੇ ਕੋਲ ਅਲੱਗ-ਅਲੱਗ ਥਾਵਾਂ 'ਤੇ ਹੈਗੇ ਨੇ ਕਿ ਜਿਹੜਾ ਕਿ ਆਪਦੇ ਡਾਕੂਮੈਂਟਸ ਤੇ ਉਹ ਦੇ ਸਕਦੇ। ਪਰ ਬ੍ਰਾਂਚਾਂ ਨਾਮ ਨਹੀਂ ਅਸੀਂ ਕਿਸੇ ਨੂੰ ਦਿੱਤਾ ਹੋਇਆ, ਨਾਮ ਸਿਰਫ ਇਹ 5 ਸਟੇਟਾਂ ਦੇ ਮਤਲਬ 5 ਆਫਿਸਾਂ ਦੇ ਵਿੱਚ ਹੀ ਹੈ, ਉਹ ਸਿਰਫ ਡਾਕੂਮੈਂਟ ਕਲੈਕਸ਼ਨ ਸੈਂਟਰਸ ਨੇ। ਜੀ ਦਿੱਲੀ ਦੇ ਵਿੱਚ ਆਫਿਸ ਹੈ ਜੀ। ਦਿੱਲੀ ਬਾਰੇ ਕਿਵੇਂ ਸੋਚਦੇ ਆ ਲੋਕ, ਇਹ ਤੁਹਾਨੂੰ ਪਤਾ ਹੈ ਦਿੱਲੀ ਬਾਰੇ, ਖਾਸ ਕਰ ਦਿੱਲੀ ਬਾਰੇ? ਬਿਲਕੁਲ। ਐਡਮਿਸ਼ਨ ਕਰਵਾਈ, ਕਾਉਂਸਲਿੰਗ ਹੋ ਗਈ, ਐਡਮਿਸ਼ਨ ਹੋ ਗਈ, ਇੰਡੀਆ 'ਚ ਤਾਂ ਸਮਝ ਸਕਦੇ ਹਾਂ ਚੀਜ਼ ਨੂੰ। ਬਿਲਕੁਲ। ਹੁਣ ਸਮੱਸਿਆ ਆਉਂਦੀ ਹੈ ਵਿਦੇਸ਼ਾਂ ਦੇ ਵਿੱਚ। ਅੱਜ ਜਿਹੜੇ ਹਾਲਾਤ ਫੋਰਨ ਲੈ ਕੇ ਹੋ ਰਹੇ ਨੇ, ਸਟੂਡੈਂਟ ਗਏ, ਲੋਕ ਗਏ, ਵਾਪਸ ਹੋਏ, ਹੈ ਨਾ, ਦਿੱਕਤਾਂ ਆਉਂਦੀਆਂ ਨਹੀਂ ਆ। ਇਹਨੂੰ ਪੂਰੀ ਤਰ੍ਹਾਂ ਕਲੀਅਰ ਚਾਹਾਂਗਾ, ਇੰਡੀਆ ਦੇ ਕਾਲਜ 'ਚ, ਵਿਦੇਸ਼ਾਂ ਦੇ ਕਾਲਜ ਦੇ ਵਿੱਚ ਕੀ ਫੈਸਿਲਿਟੀਜ਼ ਮੈਡੀਪੀਡੀਆ ਦਿੰਦਾ ਹੈ। ਹੁਣ ਸਭ ਤੋਂ ਵੱਡੀ ਸਮੱਸਿਆ ਜਿਹੜੀ ਸਭ ਤੋਂ ਆਉਂਦੀ ਹੁੰਦੀ ਹੈ, ਹੁਣ ਬੱਚਾ +2 ਕੀਤੀ ਹੋਈ ਹੈ, ਅਸੀਂ ਤਾਂ ਇਸ ਗੱਲ ਦੇ ਪਹਿਲੀ ਅਸੀਂ ਕਹਿੰਦੇ ਹੁੰਦੇ ਹਾਂ ਵੀ 12ਵੀਂ ਤੋਂ ਬਾਅਦ ਕੁੜੀ ਮੁੰਡਾ ਬਾਹਰ ਨਾ ਭੇਜੋ, ਪਰ ਮੈਡੀਕਲ ਦੀ ਪੜ੍ਹਾਈ ਵਾਲੇ ਬੱਚੇ ਅਸੀਂ ਗੱਲ ਪਹਿਲੀ ਕਰ ਚੁੱਕੇ ਹਾਂ ਵੀ ਉਹ ਮਾਈਂਡ ਹੋਰ ਤਰ੍ਹਾਂ ਦੇ ਹੁੰਦੇ ਨੇ। ਬਿਲਕੁਲ। ਉਹਨਾਂ ਨੇ ਸਟੱਡੀ ਕਰਨ ਜਾਣਾ ਹੁੰਦਾ ਹੈ, ਉਹ ਕਾਲਜ ਲਾਈਫ, ਯੂਨੀਵਰਸਿਟੀ ਲਾਈਫ ਹੁੰਦੀ ਹੈ। ਉਧਰ ਰਿਸੀਵਿੰਗ ਦਾ ਕੀ ਸਿਸਟਮ ਹੈ, ਰਹਿਣ ਸਹਿਣ ਦਾ ਕੀ ਸਿਸਟਮ ਹੈ, ਬਿਲकुल ਉਹਦੇ ਬਾਰੇ ਦਿਓ जानकारी। अब देखो सर, पहली चीज़ तो ये कि जब इंडिया में एडमिशन ले रहा है बच्चा MBBS इंडिया में, वो कौन सी भी स्टेट में जाए, एज इन पंजाब का बच्चा है वो दिल्ली जा रहा है, दिल्ली का बच्चा बिहार जा रहा है, यूपी जा रहा है, घर से तो पहली बार ही निकल रहा है 12th का बच्चा, करेक्ट। अब एज अ पेरेंट हमेशा लगता है कि मैं पास रख लूँ क्या बच्चे को, ताकि शायद मैं जा पाऊँ उससे मिलने, 2 घंटे का सफ़र हो।
बट ये बात सिर्फ आपके दिमाग में है आज की डेट में। अगर आप अगले 4.5 सालों की बात करें तो बच्चा ही आता है छुट्टी में, पेरेंट्स के पास टाइम नहीं है। या फिर आप ऐसा कहिए कि मेडिपीडिया का जो सपोर्ट सिस्टम है, हर, जैसा मैंने बोला, हर अच्छे कॉलेज में, मैक्सिमम कॉलेजेस में मेडिपीडिया के बच्चे हैं ऑलरेडी। तो फर्स्ट ईयर में अगर बच्चा गया तो सेकेंड ईयर के सीनियर से उसको सपोर्ट मिलेगा ही मिलेगा। रीजन, 17 सालों में मेडिपीडिया ने एक बहुत कुछ बड़ा नहीं किया, लेकिन एक सिस्टम बनाया। अब सिस्टम में कैसा है, सिस्टम का पार्ट स्टूडेंट भी है। स्टूडेंट एज इन, क्योंकि स्टूडेंट को हम सर्विस दे रहे हैं और बहुत बार आउट ऑफ द बॉक्स जाके सर्विस दे रहे हैं, ऐसी ऐसी चीजें करते हैं जो हमारे शायद फीस के पैकेज में या उसमें है नहीं, बट फिर भी करते। अब छोटी सी चीज है कि कोई कॉलेज लेट्स से बरेली में है, बरेली में कोई बच्चे का सामान पहुंचाना है, मान लीजिए कोई पेरेंट है, अचानक से कोई चीज है या कोई चीज देनी है उसको, मेरा सीनियर बच्चा जाके उस बच्चे को तुरंत सपोर्ट कर देगा। सर मेरे बच्चे को ना ये प्रॉब्लम आ रही है, पेरेंट ने कॉल किया लेट्स से हमें, मैंने कहा यार 3rd ईयर में बच्चा है मेरा रोहन, उसका एक्सपीरियंस है, उसको पता है कहाँ क्या चीज़ है, रोहन एक बार जाके वो उस बच्चे से मिल लेना और उसे सपोर्ट कर देना। क्या बात। तो ये एक सबसे बड़ा डिफरेंस ये क्रिएट हुआ एमबीबीएस इंडिया के अंदर, करेक्ट। दूसरा, एमबीबीएस अब्रॉड की जब बात कर रहे हैं तब ये और ज्यादा इफेक्टिव हो जाता है हमारे लिए, बिकॉज जैसा मैंने बोला 17 साल में सिस्टम बनाया। सिस्टम में क्या किया, यहां से बच्चे, आपने सिर्फ डॉक्यूमेंट और पासपोर्ट दिया है मेडिपीडिया को, उसके बाद एक एक स्टेप मेडिपीडिया की टीम करेगी। मतलब आपका यूनिवर्सिटी में एप्लीकेशन, वहां पे कोई एंट्रेंस एग्जाम है तो वो दिलवाना, वो क्लियर करने में हेल्प करना, लेट्स से। देन नेक्स्ट स्टेप है कि इनविटेशन लेटर यूनिवर्सिटी से मंगाना। उसके बाद जैसे ही इनविटेशन आया वीजा लगना होता है। अब हम वीजा लगाने वाले तो नहीं है, लेकिन हमने हायर कर रखी हैं टीम्स ताकि पेरेंट्स और बच्चे को हसल ना करना पड़े। अब मान लीजिए महाराष्ट्र का पेरेंट है जो रजिस्टर है मेरे साथ, क्योंकि मेरे पास महाराष्ट्र में ऑफिस तो है नहीं, उसने डॉक्यूमेंट्स भेज दिए दिल्ली ऑफिस, अभी मैं उसको वीजा के लिए दिल्ली बुलाऊं? बिल्कुल नहीं। यहां से सारी चीजें हम करके रख लेंगे। जब बच्चा जिस दिन जाना है, लेट्स से इवन वीजा लगाया, फिर फ्लाइट बुकिंग, वो भी बच्चे को सस्ती इसलिए पड़ती है मेडिपीडिया के थ्रू जाने से। क्यों? क्योंकि हम ग्रुप्स में बच्चा भेजते हैं, हम कभी अकेला बच्चा नहीं भेजते। अगर आप देखेंगे कम से कम 20 या 25 बच्चे जा रहे हैं, तो इनिशियल जो पेरेंट का डर है कि बच्चा अकेला ट्रैवल कर रहा है वो खत्म हो गया। मेनी अ टाइम्स 90% केसेस में हम खुद ट्रैवल करते हैं बच्चों के साथ, क्योंकि एक बड़ा बैच है, या तो शुरुआत में चले गए बैच के साथ या लास्ट में चले गए। ताकि मान लीजिए 10 यूनिवर्सिटीज हैं रशिया में, शुरुआत में मैं चला गया लेट्स से टीम के मतलब बच्चों के साथ, 50 बच्चे गए मेरे साथ, चले गए। अब उस यूनिवर्सिटी में तो सेट किया बच्चों को, पीछे से सारे यूनिवर्सिटी के बच्चे आते रहे, सारे पहुंच गए अपने अपने यूनिवर्सिटी में, हॉस्टल वगैरह सब कुछ दिला, सब कुछ सिस्टम हमारा है। मतलब ऐसा है कि यहाँ एयरपोर्ट पे ड्रॉप किया, अगर ड्रॉप भी किया तो लैंड करने से पहले हमारी टीम रशिया में उसको लेने आ जाएगी। पहली चीज उसका सामान, बच्चे को लेके जाना, एयरपोर्ट से यूनिवर्सिटी ट्रैवल कराना, वो भी हमारा काम है। एज इन बसेस, ट्रक्स, सब कुछ करके रखा हुआ है सिस्टम, कि बच्चे को दिक्कत नहीं होनी चाहिए, क्योंकि बच्चा 12th पास है और पढ़ने जा रहा है। और चूंकि हमने भी वो झेला है अपने टाइम पे, हमारे टाइम पे तो कोई सिस्टम ही नहीं था। मैं यूपी से निकला, पंजाब की कोई ट्रेन पकड़ी, पहुंचा कैसे कैसे जलंधर, सामान सेट किया, 10 दिन बाद शायद घर वालों को बताया होगा कि हाँ जी ये हॉस्टल में पहुंच गया, ऐसा हो गया। आज की डेट में मतलब फोन मैसेजेस ऐसा तुरंत है ना, तो कोई भी दिक्कत हुई बच्चे ने तो डाल देना है पेरेंट को, पेरेंट पैनिक हो जाए। करेक्ट। तो उससे भी हमने भी हर साल सीखा है, मतलब छोटी छोटी चीजें। अब आप ये समझिए कि एयरपोर्ट पे ड्रॉप किया, वहां से लेके गया टीम, हॉस्टल में सेट किया, नेक्स्ट डे उसको सिम मिल जानी है। सिम भी हमारी टीम लाके देगी। आप ये सोचिए, वहां पे बैंक अकाउंट अगर ओपन करना है वो भी हमारी टीम ओपन करेगी। क्या बात। उसका मेडिकल इंश्योरेंस, उसका मेडिकल चेकअप, जो कुछ भी है हर स्टेप पे टीम। हमने क्या बोलना है, बच्चे को पढ़ाई करने के लिए भेजा है आपने, बच्चा पढ़ाई करे अपना, वही एनफ है, और कुछ नहीं करने की जरूरत है। इवन हर साल, जैसे मैं अब फर्स्ट ईयर के बच्चों के साथ गया, वहां पे कोई बच्चा होगा जो पहले भी पढ़ रहा होगा मेरा, उस बच्चे से भी मैंने हालचाल लेना है, फीडबैक लेना है, एक लंच, एक डिनर, कुछ ना कुछ ऑर्गेनाइज कराना है, जहां पे सारे साल के बच्चे मेडिपीडिया के एटलीस्ट आपस में मिल लें, ताकि वो एक दूसरे को सपोर्ट सिस्टम दे सके। पहली चीज। दूसरा, अगर कोई चीज उससे सॉल्व नहीं हो रही तो मैं पहुंचाऊं कोई, और ये मोरल सपोर्ट भी बहुत होता है सर, क्योंकि पेरेंट तो हर दिन टिकट करके नहीं जा सकता हर साल। बाहर भेजने का रीजन ही उसका ये था कि कम बजट है जी, तो मैं रशिया भेज देता हूँ बच्चे को, या उज्बेकिस्तान भेज देता हूँ, या नेपाल, समझे। लेकिन पेरेंट तो खुद टिकट बुक करके नहीं जाएगा, तो कौन है पेरेंट के बिहाफ पे? वो मेडिपीडिया की टीम कर रही है सर।
हम मतलब ऑफ कोर्स आधार कार्ड पे नाम हमेशा पेरेंट्स का होगा, लेकिन अगले 9 साल के लिए अगर कोई गार्जियन है तो वो मेडिपीडिया है, आप ये समझिए। और हम इसको सिर्फ बोलते नहीं, हम इसको रियलिटी में करते भी हैं। जितने भी पेरेंट्स आप देखेंगे मेडिपीडिया के चैनल पे रिव्यूज, सबसे बड़ा सुकून पेरेंट्स को यही है कि जी हमारा बच्चा अगर मेडिपीडिया के थ्रू गया है तो एटलीस्ट हमें ये चिंता करने की जरूरत नहीं है कि वो किसी गलत कोर्स में चला गया होगा या कुछ भी मतलब उल्टा सीधा उसके साथ हो जाए। तो सपोर्ट सिस्टम सर क्रिएट किया है हमने ਜੀ। MBBS ਤੇ MD ਅਸੀਂ ਪਹਿਲਾਂ ਵੀ ਗੱਲ ਕੀਤੀ ਹੈ। ਮੈਂ ਚਾਹਾਂਗਾ ਕਿ ਮੈਡੀਪੀਡੀਆ ਕਿਹੜੇ ਕੋਰਸ ਤੇ ਕੰਮ ਕਰ ਰਿਹਾ ਹੈ, ਮੈਡੀਕਲ ਦੀ ਪੜ੍ਹਾਈ ਦੇ ਕਿਹੜੇ ਖੇਤਰਾਂ ਤੇ ਕੰਮ ਕਰ ਰਿਹਾ ਹੈ, ਕਿਹੜੇ ਫੀਲਡ ਤੇ ਕੰਮ ਕਰ ਰਿਹਾ ਹੈ। ਦੇਖੋ ਸਭ ਤੋਂ ਵੱਧ ਜਿਹੜਾ ਬੱਚਾ ਹੈਗਾ ਨੰਬਰ 1 ਤਾਂ ਉਹ MBBS ਦੇ ਵਿੱਚ, ਠੀਕ ਹੈ ਜੀ। ਅਗਰ ਗੱਲ ਕਰੀਏ 1 ਸਾਲ ਦੇ ਵਿੱਚ ਤਾਂ ਤਕਰੀਬਨ ਇਹ ਲਗਾ ਕੇ ਚੱਲੋ ਕਿ ਮੈਡੀਪੀਡੀਆ ਟੀਮ ਮਤਲਬ ਨੀਅਰ ਅਬਾਊਟ ਸਾਡਾ ਟਾਰਗੇਟ ਹੁੰਦਾ ਹੈ ਕਿ 2000 ਬੱਚਾ ਅਸੀਂ MBBS ਦੇ ਵਿੱਚ ਐਨਰੋਲ ਕਰ ਲਈਏ। ਤਾਂ ਜਿਹੜੀ ਅੱਗੇ ਇਹਦੀ PG ਵਾਲੀ MD ਵਾਲਾ ਪਾਰਟ ਹੈ ਉਹਦੇ ਵਿੱਚ ਨੀਅਰ ਅਬਾਊਟ ਸਾਡੇ ਕੋਲ 200 ਸਟੂਡੈਂਟ ਆਲਮੋਸਟ 10ਵਾਂ ਹਿੱਸਾ PG ਲਈ ਮਤਲਬ 200 ਕੁ ਬੱਚਾ ਸਾਡੇ ਕੋਲ MD ਕਰਨ ਲਈ ਹੈ। ਉਦੋਂ ਬਾਅਦ ਜਿਨ੍ਹਾਂ ਬੱਚਿਆਂ ਦੇ ਸਕੋਰ ਜਾਂ ਬਜਟ ਘੱਟ ਹੁੰਦਾ ਤਾਂ ਉਹ ਬੱਚੇ ਡੈਂਟਲ, ਆਯੁਰਵੈਦਿਕ ਮਤਲਬ ਤੇ ਵੈਟਰਨਰੀ ਸਾਇੰਸ, ਇਹ 3 ਕੋਰਸ ਪੈਰਲਲ ਚੱਲਦੇ ਨੇ। ਡੈਂਟਲ ਮਤਲਬ BDS, ਫਿਰ ਇੱਕ ਆਯੁਰਵੈਦ ਦਾ BAMS, ਤੀਜਾ ਕੋਰਸ ਹੈਗਾ VVSC ਵੈਟਰਨਰੀ ਸਾਇੰਸ। ਹੁਣ ਇਹ ਤਿੰਨੇ ਕੋਰਸ ਦੇ ਵਿੱਚ ਇੰਟਰਸਟ ਦੇ ਉੱਪਰ ਡਿਪੈਂਡ ਕਰਦਾ ਇੱਕ ਤਾਂ ਕਿ ਬੱਚੇ ਦਾ ਇੰਟਰਸਟ ਕੀ ਹੈ, ਮਤਲਬ ਕਿੱਧਰ ਜਾ ਰਿਹਾ। ਮਤਲਬ ਇਹ ਹੁਣ ਕਾਮਨ ਕੁਐਸਚਨ ਹੈ ਕਿ ਬੈਟਰ ਕਿਹੜਾ ਇਹਨਾਂ ਚੋਂ। ਇੱਕ ਸਵਾਲ ਹੈ ਮਤਲਬ ਜਿਹੜਾ ਕਿ ਹਰ ਪੇਰੈਂਟਸ ਆਉਂਦਾ ਕਿ ਅਗਰ MBBS 'ਚ ਐਡਮਿਸ਼ਨ ਨਾ ਹੋਇਆ ਤਾਂ ਦੂਸਰਾ ਕੋਰਸ ਤੁਹਾਡੇ ਕੋਲ ਕੀ ਆਪਸ਼ਨ ਹੈ, ਬੈਕਅਪ ਪਲਾਨ ਕੀ ਹੈ। ਤਾਂ ਉਹਦੇ ਵਿੱਚ ਡਿਪੈਂਡ ਕਰਦਾ ਕਿ ਮਤਲਬ ਜਿਹੜਾ ਪਹਿਲਾਂ ਅਸੀਂ ਬੱਚੇ ਨਾਲ ਗੱਲ ਕਰਦੇ ਹਾਂ ਕਿ ਉਹਦਾ ਇੰਟਰਸਟ ਕੀ ਕਹਿੰਦਾ। ਜੇ ਬੱਚਾ ਕੁਛ ਵੀ ਨਹੀਂ ਬੋਲ ਰਿਹਾ, ਕੁਛ ਵੀ ਨਹੀਂ ਹੈਗਾ, ਤਾਂ ਇਹਨਾਂ ਸਾਰੇ ਕੋਰਸਿਸ ਦੇ ਅਲੱਗ-ਅਲੱਗ ਬੈਨੀਫਿਟਸ ਤੇ ਉਹ ਨੇ ਕਿ ਡੈਂਟਲ ਦਾ ਆਪਣਾ ਬੈਨੀਫਿਟ ਹੈ, ਠੀਕ ਹੈ। ਮਤਲਬ ਆਪਾਂ ਕਿਸ ਤਰ੍ਹਾਂ ਉਹਨੂੰ ਲੈਂਦੇ ਹਾਂ। ਡੈਂਟਲ ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲ ਨੰਬਰ ਆਫ ਪੇਸ਼ੈਂਟ ਤਾਂ ਘੱਟ ਹੋਣਗੇ ਐਜ਼ ਕੰਪੇਅਰ ਟੂ BMS। ਜੇ ਇੱਕ BMS ਕੋਲ 100 ਪੇਸ਼ੈਂਟ ਨੇ, 100 ਪੇਸ਼ੈਂਟ ਰੋਜ਼, ਡੈਂਟਲ ਕੋਲ 10 ਹੀ ਹੋਣਗੇ, ਪਰ ਅਰਨਿੰਗ ਬਰਾਬਰ ਹੋਊਗੀ। ਉਹ 10 ਤੋਂ ਉਨੀ ਫੀਸ ਲੈ ਲਓ ਜਿੰਨਾ 100 ਤੋਂ ਲੈ ਰਹੇ। ਇਹ ਡਿਪੈਂਡ ਕਰਦਾ ਕਿ ਤੁਸੀਂ ਮਤਲਬ ਇਹ ਕੋਈ ਜ਼ਰੂਰੀ ਨਹੀਂ ਹੈਗਾ। ਪਰ ਡੈਂਟਲ ਦੀ ਕੀ ਹੈ ਕਿ BMS ਦੇ ਵਿੱਚ ਅਗਰ ਤੁਸੀਂ ਅੱਜ ਦਾ ਕਰੰਟ BMS ਜਦ ਮਤਲਬ ਤੁਸੀਂ ਉਹ ਲੈ ਕੇ ਚੱਲੋਗੇ ਨਾ ਕਿ BMS ਨੂੰ ਵਧੀਆ ਤਰੀਕੇ ਨਾਲ, ਜਿਹੜੀ ਅੱਜ ਦੀ ਮਤਲਬ ਇੱਕ ਗਵਰਨਮੈਂਟ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ BMS ਨੂੰ ਆਯੁਰਵੈਦਿਕ ਆਯੂਸ਼ ਮੰਤਰਾਲਿਆ ਜਿਹੜਾ ਬਣਿਆ ਹੋਇਆ ਹੈ ਕਿ ਉਹਨੂੰ ਉੱਪਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਫਿਰ ਵੀ ਜਿਹੜੀ ਆਪਣੀ ਇੰਡੀਅਨ ਮੈਂਟੈਲਿਟੀ ਹੈ ਨਾ, ਉਹਨੂੰ ਕੀ ਚਾਹੀਦਾ ਕਿ ਤੁਰੰਤ ਇਲਾਜ ਹੋਵੇ। ਜਿਵੇਂ ਕਿ ਆਪਾਂ ਕਹਿੰਦੇ ਬੁਖਾਰ ਹੋਇਆ ਡੋਲੋ ਨਾਲ ਦੀ ਨਾਲ ਦੇ ਦਿਓ, 5 ਮਿੰਟਾਂ 'ਚ ਬੁਖਾਰ ਠੀਕ ਹੋ ਜਾਏ। ਆਯੁਰਵੈਦਿਕ ਇਸ ਲਈ ਕਾਮਯਾਬ ਨਹੀਂ ਹੋ ਰਿਹਾ ਕਿ ਆਪਾਂ ਨੂੰ ਜਲਦੀ ਹੈ ਠੀਕ ਹੋਣ ਦੀ। ਆਪਾਂ ਚਾਹੁੰਦੇ ਹਾਂ ਕਿ ਜਿਹੜਾ ਵੀ ਕੁਝ ਹੋਵੇ ਮਿੰਟ ਲੱਗੇ। ਜਿਵੇਂ ਗੂਗਲ ਪੇ ਹੁੰਦਾ ਨਾ, ਜੀ ਮਿੰਟ 'ਚ ਗੂਗਲ ਪੇ ਕਰ ਦਿਓ, ਅਗਲਾ ਕਹਿੰਦਾ ਬੁਖਾਰ ਵੀ 5 ਮਿੰਟਾਂ 'ਚ ਉਤਰ ਜੇ। ਤਾਂ ਕਰਕੇ ਉਹ ਹੈ। ਹੁਣ ਆਪਾਂ ਕਹਿੰਦੇ ਕਾਉਂਸਲਰ ਦੀ ਲੋੜ ਕੀ ਹੈ। ਹੁਣ ਜੇ ਆਪਾਂ ਸੋਚੀਏ ਕਿ ਡਾਕਟਰ ਦੀ ਕੀ ਲੋੜ ਹੈ, ਜੇ ਡੋਲੋ ਨਾਲ ਹੀ ਬੁਖਾਰ ਠੀਕ ਕਰਨਾ ਫਿਰ ਡਾਕਟਰ ਕੋਲ ਕੀ ਕਰਨ ਜਾਣਾ। ਹੁਣ ਆਪਣੀ ਲਾਈਨ 'ਚ ਹੀ ਆ ਜਾਓ ਹਰ ਫੀਲਡ ਦੇ ਵਿੱਚ। ਹੁਣ ਅਗਲਾ ਕਹੇ ਕਿ ਜੀ ਮੈਂ ਤਾਂ ਬੁਖਾਰ ਆਪਣੇ ਆਪ ਹੀ ਠੀਕ ਕਰ ਲਿਆ, ਡਾਕਟਰ ਦੀ ਕੀ ਲੋੜ ਹੈ। ਪਰ ਜਦੋਂ ਦਵਾਈ ਸਾਈਡ ਇਫੈਕਟ ਕਰੂਗੀ ਉਹ ਤਾਂ ਫਿਰ ਤਾਂ ਮੈਂ ਡਾਕਟਰ ਨੂੰ ਪੁੱਛੂਗਾ ਨਾ। ਇਹ ਸਾਈਡ ਇਫੈਕਟ ਦਾ ਚੱਕਰ ਹੈ। ਹੁਣ ਬੱਚੇ ਕਾਉਂਸਲਿੰਗ ਦਾ ਕਰ ਲਈ, ਜਾਂ ਜਦੋਂ ਪ੍ਰੋਬਲਮ ਆ ਗਈ ਤਾਂ ਅਗਲਾ ਕਹਿੰਦਾ ਜੀ ਤੁਸੀਂ ਫੀਸ ਚਾਹੇ ਡਬਲ ਲੈ ਲਿਓ, ਪਰ ਉਦੋਂ ਮੌਕਾ ਚਲਾ ਗਿਆ। ਕਾਉਂਸਲਿੰਗ ਟਾਈਮ ਹੁੰਦਾ। ਜਿਹੜੀ ਮੈਂ ਗੱਲ ਕਰਾਂ ਕਿ ਕਾਉਂਸਲਰ ਦੀ ਵੀ ਇੱਥੇ ਲੋੜ ਹੈਗੀ ਹੈ ਮਤਲਬ। ਤੇ ਤੁਸੀਂ ਇਹ ਲਗਾ ਕੇ ਚੱਲੋ ਕਿ ਹੁਣ ਵੈਟਰਨਰੀ ਸਾਇੰਸ ਹੈ। ਵੈਟਰਨਰੀ ਸਾਇੰਸ ਕੁਐਸਚਨ ਕੀ ਆਉਂਦਾ ਮੋਸਟਲੀ ਕਿ ਕੁੜੀਆਂ ਨੂੰ ਵੈਟਰਨਰੀ ਸਾਇੰਸ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਮੇਰਾ ਪਹਿਲਾ ਸਵਾਲ ਇਹੀ ਹੁੰਦਾ ਕਿ ਵੈਟਰਨਰੀ ਸਾਇੰਸ ਦੇ ਵਿੱਚ ਕਿ ਬੱਚਿਆਂ ਦਾ ਪੈਟਸ ਨਾਲ ਕਿੰਨਾ ਕੁ ਪਿਆਰ। ਸਭ ਤੋਂ ਵੱਧ ਜਿਹੜਾ ਵੈਟਰਨਰੀ ਦਾ ਦੇਖੋ ਉੱਥੇ ਕੀ ਸਟੱਡੀ ਤਾਂ ਤੁਹਾਨੂੰ ਸਾਰੇ ਜਾਨਵਰਾਂ ਦੀ ਕਰਾਈ ਜਾਂਦੀ ਹੈ। ਘੱਟੋ ਘੱਟ ਜ਼ਿਆਦਾ ਨਹੀਂ ਤਾਂ 100 ਮੰਨ ਕੇ ਚਲੋ, ਐਵਰੇਜ ਮੰਨ ਲਓ 100 ਜਾਨਵਰ ਦੀ ਤੁਹਾਨੂੰ ਪੈਟਸ ਐਨੀਮਲਸ ਦੀ ਤੁਹਾਡੀ ਸਟੱਡੀ ਹੋਊਗੀ। ਪਰ ਜਿਹੜਾ ਸਭ ਤੋਂ ਵੱਧ ਜਿਹੜਾ ਕਰੇਜ਼ ਹੈ ਉਹ ਪੈਟਸ ਨਾਲ, ਜਿਹੜੇ ਡੌਗਸ ਨੇ ਉਹਨਾਂ ਨਾਲ। ਜੇ ਬੱਚਾ ਤੁਹਾਡਾ ਡੌਗਸ ਦੇਖ ਕੇ ਭੱਜਦਾ, ਡਰਦਾ, ਤਾਂ ਉਹ ਬੱਚਾ ਵੈਟਰਨਰੀ ਨਹੀਂ ਕਰ ਸਕਦਾ ਹੈਗਾ। ਪੈਟਸ ਨਾਲ ਜੇ ਤੁਹਾਡਾ ਪਿਆਰ ਹੈ ਨਾ, ਅਫੈਕਸ਼ਨ ਹੈਗਾ, ਲਵ ਹੈ, ਤਾਂ ਤੁਸੀਂ ਵੈਟਰਨਰੀ ਕੋਰਸ ਕਰ ਸਕਦੇ ਹੋ। ਇਹ 3 ਕੋਰਸ ਤਾਂ ਮਤਲਬ ਪੈਰਲਲ ਚੱਲ ਗਏ ਜੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਹੋਰ ਕਿਹੜੇ ਕੋਰਸ ਨੇ ਮੈਡੀਕਲ ਦੇ, ਫਿਰ ਉਦੋਂ ਬਾਅਦ ਆ ਗਏ ਵਿਦਾਊਟ ਨੀਟ, ਕਿ ਜੇ ਬੱਚੇ ਤੋਂ ਨੀਟ ਕਲੀਅਰ ਨਹੀਂ ਹੋਇਆ ਤਾਂ ਨੀਟ ਤੋਂ ਬਿਨਾਂ ਕਿਹੜੇ ਕੋਰਸ ਨੇ। ਉਹ ਕਿਹੜੇ ਨੇ? ਫਾਰਮੇਸੀ ਜਿਹਦੇ ਵਿੱਚ ਡਿਪਲੋਮਾ ਫਾਰਮੇਸੀ, ਬੈਚਲਰ ਫਾਰਮੇਸੀ, ਫਾਰਮੇਸੀ, ਇਹ 3 ਕੋਰਸ ਆਈ ਨੇ ਫਾਰਮੇਸੀ ਦੀ। ਫਿਰ ਆ ਗਏ ਪੈਰਾਮੈਡੀਕਲ ਕੀ ਹੁੰਦਾ ਕਿ ਜਿਹੜਾ ਇੱਕ ਡਾਕਟਰ ਹੈ ਉਹਨੂੰ ਐਜ਼ ਏ ਅਸਿਸਟੈਂਟ ਦੀ ਲੋੜ ਪੈਂਦੀ ਹੈ, ਉਹ ਪੈਰਾਮੈਡੀਕਲ ਸਟਾਫ ਹੁੰਦਾ। ਫੋਰ ਐਗਜ਼ਾਮਪਲ ਨਰਸਿੰਗ ਵੀ ਪੈਰਾਮੈਡੀਕਲ ਕੋਰਸ ਹੈ, ਠੀਕ ਹੈ ਜੀ। BSc ਨਰਸਿੰਗ, BSc ਆਪਟੋਮੈਟਰੀ,
ਫਿਜ਼ੀਓਥੈਰੇਪੀ, ਠੀਕ ਹੈ, ਜਿਵੇਂ ਹੁਣ ਫਿਜ਼ੀਓਥੈਰੇਪੀ ਦਾ ਵੀ ਹੈ, ਪਰ ਆਪਾਂ ਉਹਨੂੰ ਕਿਸ ਤਰੀਕੇ ਨਾਲ ਕਰਦੇ ਹਾਂ ਡਿਪੈਂਡ ਉਹਦੇ ਕਰਦਾ ਜੀ। ਕੋਰਸ ਤਾਂ ਤੁਸੀਂ ਇਹ ਲਗਾ ਕੇ ਚਲੋ ਮੈਡੀਕਲ ਦੇ ਵਿੱਚ ਬਹੁਤ ਅੱਛੇ ਕੋਰਸਿਸ ਨੇ, ਪਰ ਆਪਾਂ ਨੇ ਕਹਿਣਾ ਮਤਲਬ ਕਿ ਕੋਈ ਵੀ ਕੋਰਸ ਚੂਜ਼ ਕਰ ਲਓ, ਉਹਦਾ ਤੁਸੀਂ ਬ੍ਰਾਂਡ ਹੋਣਾ ਚਾਹੀਦਾ, ਤੁਹਾਡਾ ਨਾਮ ਬੋਲਣਾ ਚਾਹੀਦਾ, ਉਸ ਦੇ ਵਿੱਚ ਮਾਸਟਰੀ ਹੋਣੀ ਚਾਹੀਦੀ ਹੈ। ਕੋਰਸ ਕੋਈ ਮਾੜਾ ਚੰਗਾ ਜੇ ਆਪਾਂ ਕਹਿ ਦਈਏ ਉਹ ਨਹੀਂ ਹੈਗੀ। ਤਾਕਤ ਬੱਚੇ ਦੇ ਵਿੱਚ ਹੈ, ਕੋਰਸ 'ਚ ਨਹੀਂ ਹੈਗੀ। ਕੋਰਸ ਦੀ ਕੋਈ ਤਾਕਤ ਨਹੀਂ ਹੈਗੀ। ਜੇ ਤੁਸੀਂ ਕਹਿ ਰਹੇ ਹੋ MBBS ਵਾਲਿਆਂ ਦਾ ਵੱਧ ਪੈਸਾ ਡੈਂਟਲ ਵੀ ਕਮਾ ਸਕਦਾ ਹੈ, ਹੈਗੇ ਨੇ ਮੇਰੇ ਕੋਲ ਇਹੋ ਜਿਹੇ ਹੈਗੇ ਨੇ ਕਿ ਜਿਹੜੇ ਡੈਂਟਲ BMS ਵਾਲੇ ਜ਼ਿਆਦਾ ਅਰਨਿੰਗ ਕਰ ਰਹੇ ਨੇ MBBS ਨਾਲੋਂ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਕੋਰਸ ਦੇ ਉੱਪਰ ਜੋ ਜ਼ੋਰ ਲਾਣਾ। ਕੋਰਸ ਨਹੀਂ ਹੈਗਾ ਜੀ, ਵੈਲਿਊ ਤੁਸੀਂ ਪਾਣੀ ਹੈ, ਕਿਸੇ ਮਰਜ਼ੀ 'ਚ ਪਾ ਦਿਓ। ਹੁਣ ਡੈਂਟਲ ਹੈ ਉਰੇ ਮਤਲਬ ਇੰਨੇ, ਮੈਂ ਹੁਣ ਚੰਡੀਗੜ੍ਹ ਰਹਿਣਾ, ਤੁਸੀਂ ਇਹਨਾਂ ਲੋਕ ਡੈਂਟਲ ਬਹੁਤ ਇਹੋ ਜਿਹੇ ਨੇ ਕਿ ਜਿਨ੍ਹਾਂ ਦੇ ਕੋਲ ਲਾਈਨ ਲੱਗੀ ਹੋਈ ਜੀ, ਵਾਰੀ ਨਹੀਂ ਹੈਗੀ ਜੀ। ਅਲੱਗ-ਅਲੱਗ ਸਟੇਟ ਨਾਲ ਗੱਲਬਾਤ ਕਰਦੇ ਹੋ, ਅਲੱਗ-ਅਲੱਗ ਸਟੇਟ ਦੇ ਪੇਰੈਂਟਸ ਤੁਹਾਨੂੰ ਮਿਲਦੇ ਨੇ ਜੀ। ਪੰਜਾਬ ਦੇ ਲੋਕ ਕਿੱਥੇ ਖੜੇ ਆ मेडिकल की पढ़ाई ਨੂੰ ਲੈ ਕੇ? जो पंजाब क्लोज स्टेट है कि पंजाब वाला बाहर का बच्चा, हरियाणा का बच्चा, इवन कि चंडीगढ़ हरियाणा का बच्चा पंजाब में एडमिशन नहीं ले सकता प्राइवेट कॉलेज में। सिर्फ 15% सीटें हैं ऑल इंडिया के थ्रू जो गवर्नमेंट कॉलेज में है। जैसे DMC है फॉर एग्जांपल, ज्ञान सागर है, आदेश बठिंडा है, कोई गुरु रामदास कॉलेज अमृतसर है, किसी भी कॉलेज में एक भी सीट नहीं है अदर स्टेट के बच्चों की। 100% क्लोज स्टेट है। हम हरियाणा में जा सकते हैं, हरियाणा वाला पंजाब में नहीं आ सकता। ऐसी और बहुत स्टेट हैं। कौन कौन सी हैं? जिमें कि पंजाब तो तुसीं दस्सिया ही है मैं तुहानूं, MP, ठीक है जी, गुजरात, उड़ीसा, ये सारी क्लोज स्टेट्स ने। महाराष्ट्र, इन्हां स्टेटां विच ओह अपने बच्चों ही लैंदे ने। ये बहुत वड्डी गल है। अपने चंडीगढ़ दे विच सिर्फ इक्को ही कॉलेज है, गवर्नमेंट मैडिकल कॉलेज 32 ਜਿਹਨੂੰ ਆਪਾਂ ਕਹਿੰਦੇ 32 ਸੈਕਟਰ ਚੰਡੀਗੜ੍ਹ, ਉਸ ਇੱਕੋ ਹੀ ਕਾਲਜ ਹੈ ਚੰਡੀਗੜ੍ਹ ਆਉਣ ਲਈ। ਅਗਰ ਉਸ ਬੱਚੇ ਦੇ ਮਾਰਕਸ, ਮੈਂ ਲਾਸਟ ਈਅਰ ਦੀ ਗੱਲ ਕਰਾਂ ਤਾਂ 650 ਮਿਨੀਮਮ 650 ਤੋਂ ਨੀਚੇ ਕਿਸੇ ਦਾ ਐਡਮਿਸ਼ਨ ਨਹੀਂ ਹੋਇਆ। ਹੁਣ ਉਹ ਬੱਚਾ ਨਾ ਤਾਂ ਪੰਜਾਬ 'ਚ ਐਂਟਰ ਕਰ ਸਕੀ ਕਿਉਂਕਿ ਪੰਜਾਬ ਕਲੋਜ਼ ਸਟੇਟ ਹੈ, ਤਾਂ 650 ਨੰਬਰ 720 ਨੰਬਰ ਦੇ ਵਿੱਚੋਂ ਲੈਣ ਵਾਲਾ ਬੱਚਾ ਕਿੱਥੇ ਫਾਲ ਕਰੇ, ਕਿੱਥੇ ਜਾਵੇ। ਹਾਂ, ਉਹ ਫਿਰ ਅਸੀਂ ਦੱਸਦੇ ਹਾਂ ਕਿ ਇਹ ਕਿਸ ਤਰ੍ਹਾਂ ਹੈਗਾ, ਕਿ ਪਹਿਲਾਂ ਕੀ ਕਰਨਾ ਚਾਹੀਦਾ। ਬੱਚੇ ਨੂੰ ਇਹ ਕੋਸ਼ਿਸ਼ ਕਰੋ ਕਿ ਬੱਚੇ ਨੂੰ ਪਹਿਲਾਂ ਮਿਲਣਾ ਚਾਹੀਦਾ ਸਾਨੂੰ, ਕਿ ਅਸੀਂ ਦੇਖਾਂਗੇ ਕਿਹੜੀ ਸਟੇਟ ਦਾ ਜ਼ਿਆਦਾ ਬੈਨੀਫਿਟ ਹੈ। ਟੋਪਰਸ ਲਈ ਤਾਂ ਠੀਕ ਹੈ, ਜਿਵੇਂ ਦਿੱਲੀ ਹੈ, ਦਿੱਲੀ ਦੇ ਵਿੱਚ ਕੀ ਹੈ ਕਿ ਟੋਪਰਸ ਲਈ ਤਾਂ ਅੱਛਾ ਹੈ ਕਿਉਂਕਿ ਇੱਥੇ ਕਾਲਜ A ਕਲਾਸ ਨੇ, ਉਹ ਤੋਂ ਵਧੀਆ ਕਾਲਜ ਕਿਤੇ ਵੀ ਨਹੀਂ ਹੈਗੀ। ਦਿੱਲੀ ਸਟੇਟ ਦੇ ਵਿੱਚ ਸਭ ਤੋਂ ਵਧੀਆ ਮੈਡੀਕਲ ਕਾਲਜ ਡਿਊ ਟੂ ਹਾਈ ਪੇਸ਼ੈਂਟ ਫਲੋ, ਪਰ ਉੱਥੇ ਬੱਚਾ ਸੁਪਰ ਇੰਟੈਲੀਜੈਂਟ ਬੱਚਾ ਕਾਮਯਾਬ ਹੈ। ਉਹ ਤੋਂ ਬਾਅਦ ਜਿਹੜੇ ਬੱਚੇ ਕਾਮਨ ਨੇ ਉਹਨਾਂ ਨੂੰ ਕਿਸੇ ਦੂਜੀ ਸਟੇਟਾਂ 'ਚ ਜਾਣਾ ਪਊਗਾ। ਜਿਹੜਾ ਐਵਰੇਜ ਬੱਚੇ ਸੁਪਰ ਮਤਲਬ ਇਹ ਤੁਸੀਂ ਇਹ ਲਗਾ ਕੇ ਚੱਲੋ। ਇਸ ਕਰਕੇ ਪੰਜਾਬ ਦੇ ਵਿੱਚ ਤਾਂ ਤੁਸੀਂ ਇਹ ਲਗਾ ਕੇ ਚੱਲੋ ਮੈਕਸਿਮਮ ਵਰਗ ਜਿਹੜਾ ਹੁਣ ਅਸੀਂ ਐਡਮਿਸ਼ਨਸ ਕਰ ਰਹੇ ਹਾਂ ਉਹ NRI ਵਰਗ ਦੀ ਕਰ ਰਹੇ ਹਾਂ, ਦੂਸਰੇ ਨਾਰਮਲ ਤਾਂ ਕਰਦੇ ਹਾਂ। NRI ਕੋਟਾ ਨੂੰ ਅਸੀਂ ਸਭ ਤੋਂ ਵੱਧ ਪ੍ਰਾਇੋਰਟੀ ਦੇ ਰਹੇ ਹਾਂ। ਹੁਣ ਤੁਸੀਂ ਇਹ ਦੇਖੋ ਜਿਹੜੇ ਡਾਕੂਮੈਂਟਸ ਨੇ ਕਿਤੇ ਵੀ ਪੂਰੇ ਇੰਡੀਆ ਦੇ ਵਿੱਚ 80% ਕਾਲਜਾਂ ਦੇ ਵਿੱਚ ਜਿਹੜੇ NRI ਡਾਕੂਮੈਂਟਸ ਨੇ ਉਹ ਫੇਕ ਹੁੰਦੇ ਨੇ। ਫੇਕ ਇਨ ਦੀ ਸੈਂਸ ਕਿ ਸੁਖਵਿੰਦਰ ਸਿੰਘ ਜੀ ਤੁਹਾਡਾ ਸਰਨੇਮ ਕੀ ਹੈ, ਉਹਦੇ ਨਾਲ ਦਾ ਸਿੰਘ ਹੋਰ ਕਰਕੇ ਸਪਾਂਸਰ ਕਰਾਤਾ। ਅਸੀਂ ਕੋਈ ਵੀ ਡਾਕੂਮੈਂਟਸ ਹੈ NRI ਦਾ ਉਹ ਅਸੀਂ ਨਹੀਂ ਕੋਈ ਉਹਦੇ ਵਿੱਚ ਉਹ ਕਰਦੇ ਕਿ ਅਸੀਂ ਤੁਹਾਡਾ ਡਾਕੂਮੈਂਟ ਬਣਾ ਦਾਂਗੇ। ਮੈਕਸੀਮਮ ਕਾਉਂਸਲਰ ਕੀ ਕਰਦੇ ਨੇ, ਤੁਹਾਨੂੰ NRI ਕੋਟਾ ਸੀਟ ਦਵਾ ਦੇਣੇ ਜੀ, ਤੁਹਾਨੂੰ ਕੁਛ ਨਹੀਂ ਕਰਨਾ ਹੈਗਾ ਜੀ, ਤੁਸੀਂ ਸਿਰਫ NRI ਡਾਕੂਮੈਂਟ ਦੇ ਪੈਸੇ ਦੇਣੇ ਨੇ ਜੀ। ਤੁਸੀਂ ਇਹ ਲਾ ਕੇ ਚੱਲੋ। ਪਰ ਸਾਡੇ ਕੋਲ ਆਪਣੀ ਕੀ ਉਹ ਹੈ ਕਿ ਆਪਣੇ ਕੋਲ ਤਾਂ ਪੰਜਾਬ ਦਾ ਬੱਚਾ ਐਕਚੁਅਲ NRI ਹੈ। ਜੇ ਕੋਈ ਦੂਸਰਾ ਨਹੀਂ ਵੀ NRI ਹੈਗਾ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਤੈਨੂੰ ਦੇਖਣਾ ਹੈ, ਸਾਡਾ ਕੋਈ ਮਤਲਬ ਨਹੀਂ ਹੈਗਾ NRI ਡਾਕੂਮੈਂਟ ਦਾ। ਹੋਰ ਸਾਡਾ ਕੰਮ ਹੈ ਘੱਟ ਫੀਸ 'ਚ NRI ਫੀਸ ਜਿਹੜੀ ਐਕਚੁਅਲ ਫੀਸ ਹੈ ਉਹ ਤੋਂ ਤੈਨੂੰ ਅਸੀਂ ਡਿਸਕਾਊਂਟ ਦਿਲਾ ਸਕਦੇ ਹਾਂ। ਮਤਲਬ ਸਕੋਲਰਸ਼ਿਪ, ਜਿਹਨੂੰ ਸਕੋਲਰਸ਼ਿਪ ਕਹਿ ਲਓ, ਡਿਸਕਾਊਂਟ ਕਹਿ ਲਓ, ਤੁਸੀਂ ਲਾ ਲਓ। ਪੰਜਾਬ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਅਸੀਂ ਲਾਸਟ ਈਅਰ ਦੀ ਗੱਲ ਕਰੀਏ 24 ਦੇ ਵਿੱਚ ਅਸੀਂ 50 ਮੈਡੀਕਲ 50 ਮੈਡੀਕਲ ਕਾਲਜਾਂ ਦੇ ਵਿੱਚ NRI ਬੱਚਿਆਂ ਨੂੰ ਸਕੋਲਰਸ਼ਿਪ ਦਵਾਈ ਹੈ ਫੀਸ ਤੋਂ ਘੱਟ। ਅਗਰ ਉਹ ਬਿਨਾਂ ਡਾਇਰੈਕਟ ਜਾਣਗੇ ਤਾਂ ਫੁੱਲ ਫੀਸ ਪੇ ਕਰਨਗੇ। ਅਸੀਂ ਉਹਨਾਂ ਨੂੰ ਬਿਹਾਰ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, MP ਦੇ ਵਿੱਚ, ਠੀਕ ਹੈ ਜੀ, ਬੈਂਗਲੌਰ ਦੇ ਵਿੱਚ, ਮਤਲਬ ਕਿ ਤੁਸੀਂ ਇਹ ਲਗਾ ਕੇ ਚੱਲੋ। ਮੈਨੂੰ ਨਹੀਂ ਲੱਗਦਾ ਕਿ ਕੋਈ ਸਟੇਟ ਘੱਟੋ ਘੱਟ 10+ ਸਟੇਟਾਂ ਦੇ ਵਿੱਚ ਤਾਂ ਅਸੀਂ ਮਤਲਬ ਉੱਥੇ NRI ਬੱਚੇ ਪਾਏ ਨੇ 10। ਹਾਂ, ਤੁਸੀਂ ਇਹ ਦੇਖੋ ਕਿ ਮਤਲਬ ਕਿ NRI ਤਾਂ ਮਤਲਬ ਇੱਕ ਬਹੁਤ ਵਧੀਆ ਮਤਲਬ ਉਹ ਹੈਗਾ, ਪਰ ਬਹੁਤ ਉਹਦਾ ਬੈਨੀਫਿਟ ਹੋਏ, ਪਰ ਡਿਊ ਟੂ ਫੇਕ ਡਾਕੂਮੈਂਟਸ ਮਤਲਬ ਕਈ ਵਾਰ ਮੈਰਿਟ ਅਪ ਚਲੀ ਜਾਂਦੀ ਹੈ। ਮਤਲਬ ਹਾਂ, ਪਰ ਇਹ ਆਪਣੀ ਜਿਹੜੀ NMC ਹੈ ਜਾਂ ਕੋਈ ਵੀ ਗਵਰਨਮੈਂਟ ਬੋਡੀ ਹੈ, ਇਹ ਅਜੇ ਤੱਕ ਇੰਨਾ ਪੈਰਾਮੀਟਰ ਬਣਿਆ ਨਹੀਂ ਕਿ ਐਕਚੁਅਲ NRI ਲੈਣ। ਸਾਡੀ ਮਤਲਬ ਇਹੀ ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮ ਵਿੱਚ ਇਹੀ ਪ੍ਰਮਾਤਮਾ ਅੱਗੇ ਦੁਆ ਹੈ ਕਿ ਸਹੀ NRI ਵਾਲੇ ਬੱਚੇ ਬੈਨੀਫਿਟ ਲੈਣ, ਫੇਕ NRI ਨਾ ਲੈਣ।
ਐਨਆਰਆਈ ਦੀ ਗੱਲ ਚੱਲੀ ਹੈ, ਤੁਸੀਂ ਦੇਖੋ ਐਨਆਰਆਈ ਲੋਕ ਮੈਡੀਪੀਡੀਆ ਤੇ ਕਿਉਂ ਭਰੋਸਾ ਕਰਨ, ਪਹਿਲਾ ਵੱਡਾ ਸਵਾਲ ਜੀ। ਫਿਰ ਇਕੱਲੇ ਪੰਜਾਬ ਦੀ ਨਹੀਂ, ਅਦਰ ਸਟੇਟ ਵੀ ਲੋਕ ਰਹਿੰਦੇ ਨੇ, ਉਹਨਾਂ ਲਈ ਕੀ ਫੈਸਿਲਿਟੀ? ਹੁਣ ਉੱਥੇ ਬੈਠੇ ਨੇ ਤਾਂ ਜੇ ਬੱਚਾ ਇੱਧਰ ਬੈਠਾ, ਕਈ ਵਾਰੀ ਪੇਰੈਂਟਸ ਉੱਧਰ ਬੈਠੇ ਨੇ, ਜਾਂ ਪੇਰੈਂट्स ਇੱਧਰ बैठे ने, बच्चा उधर बैठा है, उन्होंने की सुविधावां ने? अब बेसिकली कैसा है, मेडिपीडिया का जो एनआरआई कोटे की एडमिशन है, अब कैसा है कि हर काउंसलर नहीं हैंडल करता, हमने एक अलग डिपार्टमेंट ही बना दिया एनआरआई के लिए, ताकि क्योंकि उसका डॉक्यूमेंटेशन ही बिल्कुल अलग है। नॉर्मल काउंसलिंग का जो डॉक्यूमेंटेशन है और एनआरआई का जो डॉक्यूमेंटेशन है वो बहुत अलग है। सबसे पहले तो फॉर्म भरने में, नीट का फॉर्म भरने के टाइम पे ही एनआरआई को ये देखना पड़ता है कि नॉर्मल में फॉर्म भरूं, एनआरआई में फॉर्म भरूं, फॉरेन कोटा में भरूं। उसके बाद फॉर्म भरने के बाद से जैसे एग्जाम आता है, एग्जाम के बाद काउंसलिंग होती है, काउंसलिंग से पहले नोटिस आएगा एमसीसी का कि जी जो एनआरआई में भर नहीं पाए थे वो कन्वर्ट कर ले अपना फॉर्म। अब पूरी की पूरी अटेंशन एक मेडिपीडिया के एक डिपार्टमेंट की सिर्फ एनआरआई पे है। हम सारी एडमिशंस तो कर रहे हैं, बट एनआरआई एडमिशंस के लिए एक अलग एक्सपर्टीज को ही हायर कर रखा है या रख रखा है, एक डिपार्टमेंट बना रखा है जहां पे एक एक डॉक्यूमेंटेशन चेक करेगी वो टीम कि इसकी कोई काउंसलिंग के टाइम पे भाग दौड़ ना करनी पड़े। सबसे बड़ा फायदा एनआरआई कैंडिडेट को हमसे ये है कि उसके फादर मदर को बार बार यहाँ ट्रैवल नहीं करना पड़ना, क्योंकि सब कुछ हम देख रहे हैं। क्या बताया मैंने आपको, उसने डॉक्यूमेंट्स ऑनलाइन दिए, उसका सारा काउंसलिंग प्रोसेस हो गया, वो रिपोर्टिंग के टाइम पे इवन हमने ये भी बता दिया कि जी इतने पैसे ड्राफ्ट में बनेंगे, इतने पैसे कॉलेज को ट्रांसफर करने हैं, ये डॉक्यूमेंट्स लेके और अपने बच्चे को लेके सीधा कॉलेज रिपोर्ट कीजिए काउंसलिंग सेशन के बाद। वरना एक बार पहले एनआरआई के पेरेंट को जनवरी फरवरी में आना पड़ना है इंडिया, नीट का फॉर्म भरने के लिए, समझने के लिए चीजें। दूसरा स्टेप है कि जी एग्जाम हो गया, अब कन्वर्जन है, उसके लिए क्या करें, मेल करनी है, क्या करना है। तो एनआरआई कैंडिडेट को तो छोटी छोटी चीजें पता है जो एनटीए के ब्रोशर में है या गूगल यूट्यूब पे। और गूगल एक ऐसा प्लेटफॉर्म है सर जहां पे कोई भी कुछ भी लिख सकता है ना, ओपन प्लेटफॉर्म है। तो इन्फॉर्मेशन की आज कमी नहीं है, लेकिन मिस इन्फॉर्मेशन इतनी ज्यादा है कि हर बच्चा कंफ्यूज्ड है। हमने इसके लिए बिल्कुल सोल्यूशन ये किया कि एनआरआई कैंडिडेट्स के लिए यार सबसे अच्छी चीज है कि कम स्कोर पे भी गवर्नमेंट कॉलेज अगर मिल सकता है बच्चे को और पैसा अफोर्ड कर सकता है तो क्यों ना मिले। बहुत सारा बच्चा है, अब जैसे जीएमसीएच की बात कर रहे थे सर, चंडीगढ़ की, उस कॉलेज में एनआरआई को अगर एडमिशन लेना है तो बहुत फॉर्म ही एनआरआई में भरा होना चाहिए। अब ये 90% एनआरआईज को नहीं पता है, ये बहुत छोटी सी चीज है। लेकिन मेडिपीडिया का जो एक्सपर्टीज है वो यही है सर कि हर एक स्टेप पे डॉक्यूमेंटेशन मेरी टीम चेक करेगी, फॉर्म भी हम भरेंगे, कॉलेज सिलेक्शन भी हम करेंगे, क्योंकि आपको नहीं पता वहां बैठ के कि कौन सा कॉलेज अच्छा है। हो सकता है कोई बोल दे जी जीएमसी पटियाला तो सबसे पुराना है वही ले लो, बट हो सकता है कि जीएमसी मोहाली बेहतर हो या अमृतसर बेहतर हो जीएमसी पटियाला से, या फॉर दैट मैटर डीएमसी में भी सेम फीस है, क्यों नहीं डीएमसी से करें, क्योंकि यहाँ पे ज्यादा अच्छी पढ़ाई है। गवर्नमेंट कॉलेज का इंफ्रास्ट्रक्चर और प्राइवेट कॉलेज के इंफ्रास्ट्रक्चर में भी तो डिफरेंस है। तो वो सिलेक्शन करना सबसे बड़ा एक्सपर्टीज ये है सर। और एनआरआई कैंडिडेट्स को तो बहुत, मतलब वो पंजाबी में कहते हैं कि बड़ी माड़ी हालत है, पैसे लेके घूम रहे हैं, पता नहीं है, साल खराब करे पड़े हैं बच्चों के, और खुद का भी दिमाग एज एन पैसा भी खराब हो रहा है, टाइम भी खराब हो रहा है। तो मेडिपीडिया का काउंसलर कभी एक एक स्टेप पे आपके साथ है एनआरआई के लिए। और अल्टीमेटली बहुत सारा बच्चा जैसे कॉलेज पहुंच गया, कॉलेज पहुंचने के बाद भी कोई डॉक्यूमेंटेशन है, वेरिफिकेशन है। अब क्या होता है, सरकारी कॉलेजेस में डॉलर्स में पेमेंट होती है, कुछ कॉलेजेस ऐसे भी हैं जो बाद में इंडियन अकाउंट से भी कॉलेज मतलब फीस ले लेते हैं। अब वो ये कौन बताएगा, एनआरआई को तो पता ही नहीं है ये चीज, वो हम गाइड करते हैं बिल्कुल। तो एनआरआई के लिए तो बहुत डिफरेंट वर्टिकल है। ਇੱਕ ਐਨਆਰਆਈ ਤਾਂ ਉਹ ਹੁੰਦਾ ਨਾ ਜਿਹੜਾ ਡਾਇਰੈਕਟ ਮੇਡੀਪੀਡੀਆ ਕੋਲੇ ਪਹੁੰਚ ਗਿਆ। ਹੁਣ ਪਹੁੰਚਣ ਤੋਂ ਪਹਿਲਾਂ ਜਿਹੜੀ ਗਤੀਵਿਧੀ ਹੁੰਦੀ ਹੈ ਉਹ ਇਹ ਹੁੰਦੀ ਹੈ, ਅਗਲਾ ਸੋਚਦਾ ਹੈ ਕਿਹਦੇ ਕੋਲੇ ਜਾਈਏ, ਬੱਚੇ ਨੇ ਮੈਡੀਕਲ ਦੀ ਪੜ੍ਹਾਈ ਕਰਨੀ ਹੈ। ਹੁਣ ਉੱਧਰ ਬੈਠੇ ਗੂਗਲ ਸਰਚ ਮਾਰਦੇ ਆ, ਜਿਹਦਾ ਮੈਡੀਪੀਡੀਆ ਸਾਹਮਣੇ ਆ ਗਿਆ, ਤੁਹਾਡੀ ਟੀਮ ਸਾਹਮਣੇ ਆ ਗਈ, ਕੋਈ ਪੋਡਕਾਸਟ, ਕੋਈ ਇੰਟਰਵਿਊ, ਕੋਈ ਤੁਹਾਡਾ ਪੋਸਟ ਗ੍ਰਾਫਿਕ ਸਾਹਮਣੇ ਆ ਗਿਆ, ਫਿਰ ਤਾਂ ਠੀਕ ਹੈ। ਚੋਣ ਕਿਵੇਂ ਕਰਨ, ਉਹ ਨੀਟ ਦਾ ਪੇਪਰ ਦੇਤਾ ਜੀ, ਇਹੀ ਸਮੱਸਿਆ ਨਾ ਸਭ ਤੋਂ ਵੱਡੀ। ਤਾਂ ਉਹ ਚੋਣ ਕਿਵੇਂ ਕਰ, ਉਹ ਮੰਨ ਲਓ ਕਿਸੇ ਚੰਗੇ ਕਾਉਂਸਲਰ ਕੋਲ ਪਹੁੰਚਣਾ ਉਹਨਾਂ ਨੇ, ਉਹਦਾ ਕੀ ਮਾਪਦੰਡ ਆ, ਬੰਦਾ ਕੀ ਸਰਚ ਕਰੇ, ਕੀ ਸੋਚੇ ਵੀ ਕਿਹਨੂੰ ਮਿਲਣਾ ਹੈ, ਕਿਹਨੂੰ ਪੈਸੇ, ਉੱਥੇ ਬੈਠਣੇ ਪੈਸੇ ਪਾ ਦੇਣੇ ਅਗਲੇ ਨੇ। ਹਾਂਜੀ ਬਿਲਕੁਲ ਠੀਕ ਹੈ। ਉੱਥੋਂ ਅਗਲਾ ਉਹ ਤਾਂ ਫਿਰ ਰਿਜ਼ਲਟ ਦੱਸਣਗੇ ਨਾ ਜੀ, ਜਿਹੜੇ ਰਿਜ਼ਲਟ ਨੇ ਅਸੀਂ ਸਾਰੇ ਉੱਤੇ ਪਾਏ ਹੋਏ ਨੇ ਜੀ। ਅਸੀਂ ਕਿੱਥੇ, ਮਤਲਬ ਇੱਕ ਮੇਰੀ ਗੱਲ ਸੁਣੋ ਜੀ, ਦੇਖੋ ਦੋ ਕਾਉਂਸਲਰਸ ਨੇ, ਇੱਕ ਕਾਉਂਸਲਰ ਕਹਿ ਰਿਹਾ ਕਿ ਮੈਂ ਵੀ ਕਰਾਨਾ, ਦੂਸਰਾ ਕਹਿੰਦਾ ਮੈਂ ਵੀ ਕਰਾਨਾ ਜੀ, ਠੀਕ ਹੈ ਜੀ। ਹੁਣ ਤੁਸੀਂ ਕਿਵੇਂ ਸਿਲੈਕਟ ਕਰੋਗੇ? ਮੈਂ ਤੁਹਾਨੂੰ ਕਹਿਤਾ ਜੀ ਆਹ ਚੱਕੋ ਜੀ 50 ਬੱਚਿਆਂ ਦੇ ਐਨਆਰਆਈ ਦੀ ਕਿ ਜਿਨ੍ਹਾਂ ਦੀ ਅਸੀਂ ਐਡਮਿਸ਼ਨ ਕਰਾਈਏ, ਉਹਦੇ ਵਿੱਚੋਂ ਮੰਨ ਲਓ ਸਪੋਜ਼ ਕਰੋ ਪੇਰੈਂਟਸ ਹੈਗਾ ਦੁਬਈ ਦਾ,
ਲੈਟ ਸਪੋਜ਼, ਜਾਂ ਕੈਨੇਡਾ ਦਾ, ਕਿਸੇ ਵੀ ਕੰਟਰੀ ਦਾ, ਅਸੀਂ ਉਹਦੇ ਨਾਲ ਦਾ ਜਿਹੜਾ ਦੂਸਰਾ ਪੇਰੈਂਟਸ ਹੈ ਜਿਹਦੀ ਅਸੀਂ ਐਡਮਿਸ਼ਨ ਕਰਾਈ ਹੋਈ ਹੈ, ਅਸੀਂ ਤਾਂ ਉਹਦੇ ਪੇਰੈਂਟਸ ਨਾਲ ਆਪਾਂ ਲਾਈਨ ਤੇ ਗੱਲ ਹੀ ਕਰਾ ਸਕਦੇ ਹਾਂ ਨਾ ਜੀ। ਗੱਲਾਂ ਦੇ ਵਿੱਚ ਨਹੀਂ, ਰਿਜ਼ਲਟ ਦੇ ਵਿੱਚ। ਗੱਲਾਂ ਦੇ ਵਿੱਚ ਤਾਂ ਕੀ ਹੈ ਕਿ ਹੋ ਸਕਦਾ ਸਾਡੇ ਨਾਲ ਬੈਟਰ ਗੱਲਾਂ ਕਰਦੇ ਹੋਣ, ਅਸੀਂ ਕਰਾ ਦਾਂਗੇ ਜੀ, ਘੱਟ 'ਚ ਕਰਾ ਦਾਂਗੇ ਜੀ, ਪਰ ਬੈਟਰ ਹੈ ਕਿ ਜਿਹੜੇ ਰਿਜ਼ਲਟ ਦਿੱਤੇ ਹੋਏ ਨੇ ਉਹਨਾਂ ਨਾਲ ਪੇਰੈਂਟਸ ਨਾਲ ਗੱਲ ਕਰਾ ਪਾ ਰਹੇ ਹੋ ਬੰਦਾ। ਮੇਰੇ ਕੋਲ 100 ਦੀ ਲਿਸਟ ਹੈ, ਮੰਨ ਲਓ ਲਿਸਟ ਹੈ, ਅਗਲਾ ਉਹ 'ਚ ਚੂਜ਼ ਕਰ ਲੈ ਕਿ ਮੈਂ ਇਸ ਬੰਦੇ ਨਾਲ ਗੱਲ ਕਰਨੀ ਹੈ ਜੀ, ਅਸੀਂ ਗੱਲ ਕਰਾ ਦਾਂਗੇ ਪੇਰੈਂਟਸ ਨਾਲ, ਕੋਈ ਪ੍ਰੋਬਲਮ ਨਹੀਂ ਹੈਗੀ ਜੀ। ਰਿਜ਼ਲਟ ਬੋਲਦੇ ਨਾ ਜੀ, ਹੋਰ ਤਾਂ ਗੱਲਾਂ ਦੇ ਵਿੱਚ ਤਾਂ ਹੋਰ ਤਾਂ ਵਿਸ਼ਵਾਸ ਦਿਵਾਉਣ ਲਈ ਤਾਂ ਹੋਰ ਕੁਝ ਵੀ ਨਹੀਂ ਹੈਗਾ ਜੀ। ਰਿਜ਼ਲਟਸ ਨੇ ਆਪਣੇ ਕੋਲ, ਰਿਜ਼ਲਟਸ ਨੇ, ਪੇਰੈਂਟਸ ਨਾਲ ਗੱਲ ਕਰਾਤੀ ਜੀ, ਹੋਰ ਤਾਂ ਟਰਸਟ ਹੋਰ ਤਾਂ ਕੀ ਕਰਾਂਗੇ ਜੀ। ਬਾਕੀ ਦਾ ਜਿਹਦੇ ਕੋਲ ਜਾਣਾ ਹੈ, ਬਾਕੀ ਦਾ ਅਣਜਲ ਦੀ ਗੱਲ ਹੈ ਜੀ। ਬਾਕੀ ਦਾ ਉਹ ਸਾਰਾ ਕੁਝ ਪਲਾਨਡ ਹੈ ਜੀ, ਕਿਹਦੇ ਕੋਲ ਕੋਈ ਉਹਦਾ ਉਹ ਪੈਰਾਮੀਟਰ ਅਣਜਲ ਤਾਂ ਹੈ ਜਿਹੜੇ ਵਿੱਚ ਅਣਜਲ ਜਿਹੜੇ ਫੋਨ ਚੱਕਦੇ ਮੁੜ ਕੇ, ਉਹ ਤਾਂ ਹਾਂ ਉਹਦਾ ਮੈਕਸਿਮਮ ਹੀ ਹੈ ਜੀ, ਉਹਦਾ ਮੈਕਸਿਮਮ ਤਦਾਰ ਹੈ ਜੀ ਜਿਹੜੇ ਫੋਨ ਨਹੀਂ ਚੱਕਦੇ ਜੀ। ਉੱਥੇ ਪਤਾ ਲੱਗਦਾ ਵੀ ਏਜੰਟ ਤੇ ਕੈਰੀਅਰ ਕਾਉਂਸਲਰ 'ਚ ਕੀ ਫਰਕ ਪੈਂਦਾ ਹੈ। ਹਾਂਜੀ ਬਹੁਤ। ਇਸ ਲਾਈਨ ਦੇ ਵਿੱਚ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਲਿਆ ਕਿ ਇਹ ਲਗਾ ਕੇ ਚੱਲੋ 80% ਜਿਹੜੇ ਹੁਣੇ ਕੰਸਲਟੈਂਟਸ ਉਹ ਚਲੇ ਗਏ ਨੇ, ਕਿਉਂਕਿ ਉਹਨਾਂ ਦਾ ਬ੍ਰਾਂਡ ਤੇ ਕੰਮ ਨਹੀਂ ਕਰ ਰਹੇ। ਉਹ ਕੀ ਕਰਦੇ ਨੇ, ਇੱਕ ਪੇਰੈਂਟ ਜਾਂ 2 4 5 ਐਡਮਿਸ਼ਨਸ ਕਰਕੇ ਇੱਕ ਤੋਂ ਜ਼ਿਆਦਾ ਪੈਸੇ ਲੈ ਕੇ ਮਾਰਕੀਟ 'ਚੋਂ ਗਾਇਬ, ਮਤਲਬ ਕਿ ਫੀਸ ਲੈ ਗਈ। ਉਹਨਾਂ ਨੂੰ ਕੀ ਹੈ, ਉਹ ਕਹਿੰਦੇ ਨੇ ਕਿ 100 ਸਿਆਣੇ ਬੰਦੇ ਨਾਲ ਮੱਥਾ ਮਾਰਨ ਨਾਲ 5 ਪਾਗਲ ਲੱਭ ਲਓ। ਹਾਂ, ਕਿ ਤੁਸੀਂ 100 ਬੰਦਿਆਂ ਨੂੰ ਅਲੱਗ-ਅਲੱਗ 100 ਪੇਰੈਂਟਸ ਨੂੰ ਡੀਲ ਕਰਦੇ ਹੋ, ਜਿੰਨਾ ਪੈਸਾ ਤੁਸੀਂ 100 ਤੋਂ ਇਕੱਠਾ ਕਰੋਗੇ ਉਹਨਾਂ ਅਸੀਂ 5 ਤੋਂ ਹੀ ਕਰ ਲਾਂਗੇ। ਕਿਉਂਕਿ ਉਹਨਾਂ ਦੀ ਜਿਹੜੀ ਇੰਟੈਂਸ਼ਨ ਹੈ ਜਾਂ ਸੋਲ ਹੈ ਉਹ ਤਾਂ ਕੋਈ ਹੈ ਹੀ ਨਹੀਂ ਨਾ, ਤੇ ਨਾ ਉਹਨਾਂ ਨੇ ਬ੍ਰਾਂਡ ਤੇ ਕੰਮ ਕਰਨਾ, ਨਾ ਉਹਨਾਂ ਨੇ ਕੁਛ ਉਹ ਕਰਨਾ ਜੀ। ਐਵੇਂ ਹੈ ਜੀ। ਬਾਕੀ ਪਰਮਾਤਮਾ ਵੱਲੋਂ ਜਿਹਨੂੰ ਜਿਹੋ ਜਿਹੀ ਬੁੱਧੀ ਬਖਸ਼ੀ ਹੈ ਉਹ ਜਿਹਾ ਕੁਛ ਹੀ ਹੋਣਾ। ਜਦੋਂ ਮੈਡੀਕਲ ਦੀ ਪੜ੍ਹਾਈ ਦੀ ਗੱਲ ਚੱਲਦੀ ਹੈ ਤਾਂ ਇਹਦੇ ਵਿੱਚ ਡੋਨੇਸ਼ਨ ਦਾ ਕੰਸੈਪਟ ਆਉਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਚੰਗੇ ਕਾਲਜ ਜੇ ਐਡਮਿਸ਼ਨ ਕਰਾਉਣੀ ਹੈ, ਪੈਸੇ ਦਿਓ, ਫੀਸ ਤੋਂ ਬਿਨਾਂ ਤੇ ਐਡਮਿਸ਼ਨ ਕਰਾ ਦਿਓ। ਫਿਰ ਸਾਡੇ ਜਿਹੜਾ ਸਿਸਟਮ ਹੈ, ਭ੍ਰਿਸ਼ਟਾਚਾਰ ਜਿਹਨੂੰ ਕਹਿ ਦਿੰਦੇ ਹਾਂ, ਰਿਸ਼ਵਤਖੋਰੀ ਕਹਿ ਦਿੰਦੇ ਹਾਂ ਅਸੀਂ, ਟੇਢੇ ਤਰੀਕੇ ਨਾਲ, ਅਸਿੱਧੇ ਤਰੀਕੇ ਨਾਲ ਪੈਸੇ ਦਿੰਦੇ ਤਰੀਕੇ ਲੋਕ ਲੱਭਦੇ ਆ, ਸ਼ਾਰਟਕਟ ਭਾਲਦੇ ਆ। ਕੀ ਅੱਜ ਜਿਹੜਾ ਸਮਾਂ ਚੱਲ ਰਿਹਾ, ਸਰਕਾਰ ਦਾ ਕੀ ਰੋਲ ਚੱਲ ਰਿਹਾ ਹੈ? ਸਰਕਾਰ ਨੇ ਕੀ ਕੀਤਾ ਕਿ ਬਾਕੀ ਪੈਸੇ ਦੇ ਕੇ ਜਿਹੜੇ ਮਰਜ਼ੀ ਕਾਲਜ ਐਡਮਿਸ਼ਨ ਹੋ ਜਾਏ, ਤੇ ਜਿਹੜੇ ਲੋਕ ਸਬਜ਼ਬਾਜ਼ ਸਜਾਉਂਦੇ ਆ, ਪੇਰੈਂਟਸ ਜਾਂਦੇ ਆ, ਕਿਸੇ ਨੂੰ ਫਸ ਜਾਂਦੇ, ਉਹ ਕਹਿੰਦਾ ਮੈਂ ਕਰਾ ਦੂੰਗਾ। ਕੋਈ ਮੰਤਰੀ, ਕੋਈ ਸੰਤਰੀ, ਕੋਈ ਆਫੀਸਰ ਰੈਂਕ ਦੇ ਲੋਕ ਨੇ ਜਿਹੜੇ, ਜਾਂ ਕਈ ਵਾਰ ਉਹ ਵੀ ਠੱਗੀ ਸ਼ਿਕਾਰ ਹੋ ਜਾਂਦੇ ਨੇ। ਉਹਨਾਂ ਨੂੰ ਲੱਗਦਾ ਵੀ ਸਾਡੀ ਚੜ੍ਹਾਈ ਬਹੁਤ ਹੈ, ਮੈਂ ਫਲਾਣੇ ਨੂੰ ਕਹਿ ਦੂੰਗਾ ਕਰਾ ਦੂੰਗਾ ਐਡਮਿਸ਼ਨ। ਕੋਈ ਇਸ ਤਰ੍ਹਾਂ ਕੰਸੈप्ट है ਇਹਦੇ ਵਿੱਚ? कंसेप्ट कैसा है ना सर कि 2016-17 से पहले जब नीट नहीं होता था, नीट के पहले पीएमटी होता था, सीपीएमटी, एआईपीएमटी, इस तरीके से उस टाइम पे तो ये सारी चीजें चलती थी। जब एमसीआई थी, मेडिकल काउंसिल ऑफ इंडिया नाम था जब, अब नाम हो गया बदल के नेशनल मेडिकल कमीशन ऑफ इंडिया। तो जब से एनएमसीआई या नीट जब से लॉन्च किया, तब से ये चीजों की बात, डोनेशन इज जस्ट अ बोगस वर्ड है, नहीं लोगों के दिमाग में है लेकिन होता नहीं है। एज इन बहुत सारे कंसल्टेंट्स या एजेंट्स आप बोल दें, वो मैनिपुलेट करते हैं आपको, जी हमारा मंत्री जी का के साथ कोटा है, या कोई सरकार का कोई स्कीम होती है, ऐसा मतलब सीटें होती हैं, बट नहीं, आपको वो सरासर बेवकूफ़ बना रहा है। तो अगर कोई बोले कि मंत्री जी अपना एडमिशन किसी मनचाहे कॉलेज में करा लेंगे, उनके बच्चे के नंबर नहीं आए हैं, तो भी पॉसिबल नहीं है जी। 110%। इवन सुप्रीम लीडर की मैं बात करूं, वो इंडिया के प्रेसिडेंट हो, प्राइम मिनिस्टर हो, उनके बच्चे को भी अगर लेना है एडमिशन तो भी काउंसलिंग प्रोसेस के थ्रू ही जाना पड़ेगा, नीट क्वालिफाई करना पड़ेगा, और काउंसलिंग प्रोसेस ही है सर, और कुछ भी नहीं है। तो ये बहुत लोग बेवकूफ़ बनते हैं आज की डेट में। हमारे पास बहुत बच्चा आता है साल खराब करके, पैसे खराब करके, और जैसा आपने बोला ना कि मंत्री, ऑफिसर्स, ऐसे लोग भी आते हैं सर जो कहते हैं जी हमें लगा था कि हो जाएगा बट हो नहीं पाया, तो अभी आप कराओ काउंसलिंग के थ्रू। एक ही चीज है प्रिवेल करती, वो आपके मार्क्स और आपकी काउंसलिंग। काउंसलिंग में कहीं भी डोनेशन नाम के वर्ड का यूज है ही नहीं आज की डेट में। आप स्मार्टली कुछ, डेफिनेटली कुछ कोटाज होते हैं, जैसे एनआरआई कोटा है, या गवर्नमेंट कोटा, स्टेट कोटा, मैनेजमेंट कोटा, ये सब आप यूज कर सकते हो। बट यहाँ पे कोई जुगाड़ या कोई बैकडोर एंट्री ऐसा कुछ भी नहीं है, सब कुछ ट्रांसपेरेंट है। 7 राउंड अगर काउंसलिंग होती है तो 7 के 7 राउंड ऑनलाइन दिखाना पड़ेगा। कॉलेज के मालिक को अगर अपने बच्चे का एडमिशन कराना है तो भी वो काउंसलिंग के थ्रू जाएगा, और ऐसा नहीं होगा कि 330 नंबर पे उसके कॉलेज में किसी को एडमिशन नहीं मिला और 320 पे उसके बच्चे को एडमिशन मिल गया। डजन काउंट, मतलब ये है ही नहीं। बहुत खोलने की जरूरत है दिमाग इस टॉपिक पे, ये बहुत बड़ा मुद्दा है सर।
बच्चे करियर छोड़ देते हैं, क्योंकि एक आम आदमी अगर 30-40 लाख रुपए की ठगी उससे हो जाए तो वो उसका भरोसा उड़ जाता है सर सिस्टम से। क्यों करेगा डॉक्टरी, पागल है क्या, कुछ और कर ले। आप समझ रहे हो, ऐसे ऐसे बहुत अच्छे डॉक्टर भी हमने शायद लूज किए होंगे पिछले इतने सालों में। इवन डॉक्टर साहब, मैंने बताया ना कि एक डॉक्टर के प्रोफेशन में है बंदा, कम से कम 10 साल पहले करी होगी उसने एमबीबीएस, उसके दिमाग में है कि मेरे बच्चों को एडमिशन कराना है, शायद 10 लाख रुपए देके हो जाएगा। नहीं है, सब कुछ काउंसलिंग है सर। एवरी डे वी मीट सो मेनी पेरेंट्स, कम से कम सर साल में 100 पेरेंट ऐसे होते होंगे जो स्कैम्ड हैं, आते हैं, और शायद बहुत से लोग तो आवाज भी नहीं उठाते ना सर। 90% लोग तो आवाज ही नहीं उठाते। और पैसे कितों देने कैश हाँ जी बिल्कुल, 100%, ਬਿਲਕੁਲ ਬਿਲਕੁਲ ਬਿਲਕੁਲ। ਉਹ ਡੋਨੇਸ਼ਨ ਨਹੀਂ ਹੈਗੀ ਐਕਚੁਅਲੀ। ਕੀ ਹੈ ਨਾ ਜੀ, ਦੇਖੋ ਹੁਣ ਸਪੋਜ਼ ਕਰੋ ਐਗਜ਼ਾਮਪਲ ਦਿੰਦੇ ਕਿ ਜਿਵੇਂ ਰਾਜਸਥਾਨ ਦੀ, ਆਪਾਂ ਰਾਜਸਥਾਨ ਦੀ ਗੱਲ ਕਰੀਏ, ਉੱਥੇ ਕੀ ਹੈ ਕਿ ਸਟੇਟ ਕੋਟਾ ਤੇ ਮੈਨੇਜਮੈਂਟ ਕੋਟਾ, ਦੋ ਤਰ੍ਹਾਂ ਦੇ ਕੋਟਾ ਨੇ। ਉਹਨਾਂ ਦੀ ਫੀਸ ਹੈ ਸਟੇਟ ਕੋਟਾ ਦੀ 20 ਲੱਖ, ਰਾਜਸਥਾਨ ਜਿਹੜੀ ਮੈਨੇਜਮੈਂਟ ਕੋਟਾ ਦੀ 25 ਲੱਖ। ਕਈ ਵਾਰ ਕੀ ਹੁੰਦਾ ਕਿ ਕਾਲਜ ਇਹ ਗੱਲ ਕਹਿ ਦਿੰਦਾ ਹੈ ਕਿ ਤੁਸੀਂ ਸਾਨੂੰ ਫੀਸ ਚਾਹੇ ਸਟੇਟ ਕੋਟਾ ਆਵੇ ਚਾਹੇ ਤੁਹਾਨੂੰ ਮੈਨੇਜਮੈਂਟ ਕੋਟਾ ਮਿਲੇ, ਤੁਹਾਡੇ ਨਾਲ ਇਹ ਪੈਕੇਜ ਫਾਈਨਲ ਹੋ ਗਿਆ। ਪੈਕੇਜ ਫਾਈਨਲ ਕਰ ਲਿਆ ਬੰਦਾ ਵਿੱਚ ਦਾ, ਨਾ 20 ਨਾ 25, 22 ਲੱਖ। ਜੇ 20 ਵਾਲੀ ਸੀਟ ਅਲੋਟ ਹੋ ਗਈ ਤਾਂ ਵੀ ਤੁਹਾਨੂੰ 22 ਦੇਣਾ, 22 ਦੇਣਾ। ਜੇ 25 ਵਾਲੀ ਹੋ ਗਈ ਤਾਂ ਵੀ 22 ਦੇਣਾ। ਹੁਣ ਗੱਲ ਕੀ ਹੋਈ, ਅਗਰ ਜਿਸ ਬੱਚੇ ਨੂੰ 20 ਵਾਲਾ ਕਾਲਜ 20 ਵਾਲੀ ਸੀਟ ਅਲੋਟ ਹੋ ਗਈ, ਉਹਨੂੰ ਤਾਂ ਇਹ ਲੱਗੂਗਾ ਯਾਰ ਮੈਨੂੰ 2 ਲੱਖ ਰੁਪਏ ਸਾਲ ਦਾ ਫਾਲਤੂ ਲੱਗ ਗਿਆ। ਪਰ ਕਮਿਟਮੈਂਟ ਦੀ ਗੱਲ ਹੈ, ਗੱਲ ਵਰਡਸ ਦੀ ਗੱਲ ਹੈ। ਹੁਣ ਜੇ ਉਹਨੂੰ 25 ਵਾਲਾ ਅਲੋਟ ਹੋ ਜਾਂਦਾ, ਫਿਰ ਉਹ 3 ਲੱਖ ਰੁਪਏ ਐਕਸਟਰਾ ਦੇਣਾ ਪੈਣਾ ਸੀ। ਹੁਣ ਡੋਨੇਸ਼ਨ ਨਹੀਂ ਹੈਗੀ, ਉਹਨੂੰ ਕਿਵੇਂ ਮਰਜ਼ੀ ਕਹਿ ਲਓ, ਵਰਡਸ ਦੀ ਗੱਲ ਹੈ। ਕਾਲਜ ਕਹਿੰਦਾ ਕਿ ਜੇ ਮੈਂ ਰਿਸਕ ਲੈ ਰਿਹਾ, ਮੈਂ ਤੁਹਾਨੂੰ ਵਰਡਸ ਦੇਤੇ ਕਿ ਜੇ ਮੈਨੇਜਮੈਂਟ ਕੋਟਾ ਆਇਆ ਤਾਂ 25 × 4.5 ਹੋਊਗਾ। ਉਹਨੇ ਕਹਿੰਦਾ ਤੁਸੀਂ 22 ਦੇ ਦਿਓ। ਮਤਲਬ ਕਾਲਜ ਦੇ ਹੱਥ ਦੇ ਵਿੱਚ ਮਤਲਬ ਉਹ ਚੀਜ਼ਾਂ ਹੈਗੀਆਂ ਨੇ, ਅਲੋਟਮੈਂਟ ਨਹੀਂ ਹੈਗੀ ਕਾਲਜ ਦੇ ਹੱਥ ਦੇ ਵਿੱਚ। ਪਰ ਜਿਹੜੇ ਪੈਸਾ ਦੀ ਉਹ ਹੈ ਘੱਟ ਵੱਧ ਲੈਣਾ ਜਾਂ ਕਮਿਟਮੈਂਟਸ ਵਰਡਸ, ਉਹ ਤਾਂ ਹੈਗੀ ਨਾ, ਉਹ ਤਾਂ ਕਰ ਹੀ ਸਕਦਾ। ਆਖਰੀ ਸਵਾਲ ਹੈ ਸਰ, ਕਾਉਂਸਲਿੰਗ +2 ਮੈਡੀਕਲ ਜਦੋਂ ਸਟੂਡੈਂਟ ਕਰਦਾ ਉਦੋਂ ਹੀ ਲੈਣੀ ਚਾਹੀਦੀ ਹੈ ਜਾਂ 9th 10th ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ ਸਫ਼ਰ? ਕਿਉਂਕਿ ਜਿਹੜੇ ਬੱਚੇ ਨੂੰ ਪਤਾ ਹੈ, ਜਿਹੜੇ ਪੇਰੈਂਟਸ ਨੂੰ ਪਤਾ ਡਾਕਟਰੀ ਕਰਾਉਣੀ ਹੈ ਅਸੀਂ ਨੇ, ਤੇ ਮੌਕੇ ਤੇ ਕਾਉਂਸਲਿੰਗ ਭਾਲਦੇ ਨੇ। ਇਹਦੇ ਨਾਲ ਬਿਹਤਰ ਇਹ ਵੀ ਕਿੱਥੇ ਮੈਡੀਕਲ ਦੀ ਪੜ੍ਹਾਈ ਕਰਾਈਏ, ਕੀ ਬੈਸਟ ਆਪਸ਼ਨ ਹੈ, ਕੀ ਕਰਨ ਦੀ ਲੋੜ ਹੈ, ਕਿਵੇਂ ਮਾਰਕਿੰਗ ਰੈਂਕ ਅੱਗੇ ਵਧੂਗਾ, ਉਹ ਫਿਰ ਪਹਿਲੀ ਤਿਆਰੀ ਕਰ ਲੇ। बिल्कुल, बहुत बेहद मतलब बहुत अहम सवाल है ये पेरेंट्स के लिए जो मेडिकल की प्रिपरेशन कर रहे हैं बच्चे को। एक्चुअली बच्चे को 9th 10th में ही काउंसलिंग के लिए, इवन 9th में जाना चाहिए, क्योंकि मैं आपको जस्ट एक एग्जांपल बताता हूँ। बहुत सारे ऐसे स्टेट हैं जहाँ पे कम नंबरों पे भी गवर्नमेंट कॉलेज मिल सकता है, लेकिन वहाँ की कंडीशन क्या है, या तो आपके पास उसका डोमिसाइल होना चाहिए या आपकी 10th 11th 12th उस स्टेट से होनी चाहिए। पंजाब उसमें तो पहले हल कर लो है ना। हाँ जी बिल्कुल, क्योंकि जिसका फर्क है ना, यही तो एक्सपर्टीज है सर। सिंपल सी चीज है, आज की डेट में हर कोई काम कर रहा है, लेकिन फास्ट करने का और सही तरीका करने का है ना। कंप्यूटर क्यों यूज करते हैं, क्योंकि लिख के तो मैं भी बना लूं, लेकिन हिसाब के लिए कैलकुलेटर क्यों यूज कर रहे हो, क्योंकि वो ज्यादा एक्यूरेट है। सेम चीज है सर, अगर आप 9th 10th में काउंसलर के पास पहुंच गए, सही काउंसलर जो जेन्युइन काउंसलर है, वो आपको ये भी सलाह देगा कि सर 10th 11th 12th इस स्टेट से कराओ, उत्तराखंड से कराओ, पंजाब से कराओ, जहां पे बेनिफिट्स हैं। पंजाब और उत्तराखंड एक ऐसे दो ऐसे स्टेट हैं जहां पे कम नंबरों पे भी आपको गवर्नमेंट कॉलेज मिलेगा, प्लस पंजाब में सेमी गवर्नमेंट मतलब प्राइवेट कॉलेज में भी कम फीस वाले सीट्स भी हैं, गवर्नमेंट कोटा की सीट्स बोलते हैं। तो वहां पे हम गाइड करते हैं कि जी 10th 11th 12th बहुत ऐसा बच्चा है जो मेरा छोटा सा करियर है करियर ये काउंसलिंग में, लेकिन मेरे थ्रू बहुत सारे ऐसे पेरेंट्स हैं जिन्होंने ये डिसीजन लिया और आज बहुत खुश हैं कि जी पैसे भी कम खर्च हुए, स्टेट भी अच्छा मिला, कॉलेज भी अच्छा मिला, नंबर कम आए तो भी। तो 9th 10th से ही शुरू हो जाना है सर, क्योंकि देखो आपको कहीं ना कहीं बजट प्लानिंग भी करनी है, छोटा मोटा पैसा तो इन्वॉल्व होता नहीं है। अगर आपके पास अंडरस्टैंडिंग नहीं है तो 300 नंबर पे बच्चा 1 करोड़ रुपए भी पे कर रहा है, एक बच्चा है जो 60 लाख में भी एमबीबीएस कर रहा है। क्या फर्क पड़ा उसके, ये 40 लाख रुपए का क्यों? क्योंकि उसके पास ढंग का काउंसलर नहीं था, वो कोई सा भी कॉलेज से लेकर के चला गया। तो ये सेम चीज है कि 600 नंबर पे आप हो सकता है ड्रॉप कर जाओ, 600 नंबर पे हो सकता है मेडिपीडी आपको एक ऐसे कॉलेज में भेजे जहां पे आप बेस्ट डॉक्टर बनोगे अपनी लाइफ में कहीं, और आगे भी करियर साल भी नहीं खराब करोगे। तो काउंसलर तो सर देखो चाहिए हर जगह, जैसे आज की डेट में हर फील्ड में हो गए ना, मेडिकल काउंसलिंग तो सबसे ज्यादा जरूरी है। क्योंकि सर देखो डॉक्टर जो है ना एसेट है कंट्री का,
मैं और आप तो फिर भी एसेट है, डॉक्टर ने जानें बचानी है कंट्री के लोगों की, तो डॉक्टर ही अगर ढंग का नहीं बना, या डॉक्टर के माता पिता को अगर काउंसलिंग सही नहीं मिली, तो डॉक्टर कहाँ मिलेगा ढंग का? जी जी। कल को मुझे आपको ट्रीट करने वाला कौन है? अगर हम अपने पर्सनल फायदे की भी बात करें, उससे भी हमें सही तरीके से गाइड करना चाहिए, क्योंकि हमारे घर में कोई बीमार हुआ, कोई डॉक्टर ट्रीट कर रहा है और उसको नॉलेज नहीं है। क्यों नहीं है? क्योंकि वो गलत कॉलेज गया। गलत कॉलेज क्यों गया? क्योंकि उसको किसी ने गाइड नहीं किया सही तरीके से। जी जी जी। तो शुरू तो वहीं से हो जाता है सर। ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀਓ, ਤੁਸੀਂ ਸੁਣਿਆ ਮੈਡੀਪੀਡੀਆ ਦੀ ਟੀਮ ਸ਼ਾਸ਼ਵਤ ਜੀ ਨੂੰ, ਅਨਮੋਲ ਗੁਪਤਾ ਜੀ ਨੂੰ। ਅਸੀਂ ਜਿਹੜੇ ਦੌਰ 'ਚੋਂ ਗੁਜ਼ਰ ਰਹੇ ਹਾਂ, ਅਸੀਂ ਬਾਖੂਬੀ ਜਾਣਦੇ ਹਾਂ ਕਿ ਬੱਚੇ ਸੁਸਾਈਡ ਤੱਕ ਪਹੁੰਚ ਗਏ ਨੇ। ਉਹਦੇ ਕਾਰਨ ਇੱਕੋ ਹੀ ਹੈ ਕਿ ਅਸੀਂ ਕੈਰੀਅਰ ਗਾਈਡੈਂਸ ਤੋਂ ਬਹੁਤ ਦੂਰ ਖੜੇ ਹਾਂ। ਅਸੀਂ ਆਪਣੇ ਬੱਚੇ ਦਾ ਇੰਟਰਸਟ, ਅਸੀਂ ਆਪਣੇ ਬੱਚੇ ਦਾ ਭਵਿੱਖ ਆਪਣੇ ਆਪ ਤੈਅ ਕਰਨਾ ਚਾਹੁੰਦੇ ਹਾਂ। ਅਸੀਂ ਇੱਕ ਚੀਜ਼ ਦੇ ਐਕਸਪਰਟ ਹੋ ਸਕਦੇ ਹਾਂ, ਪਰ ਉਸ ਫੀਲਡ ਦੇ ਐਕਸਪਰਟ ਸਾਨੂੰ ਲੱਭਣੇ ਪੈਣੇ ਨੇ। ਜੇ ਤੁਹਾਡੇ ਬੱਚੇ 12ਵੀਂ ਕਰ ਰਹੇ ਨੇ, ਜਾਂ ਇਹ ਕਹਾਂਗੇ ਕਿ 9ਵੀਂ 10ਵੀਂ 8ਵੀਂ, ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ 12ਵੀਂ ਤੋਂ ਬਾਅਦ ਸਾਡੇ ਬੱਚੇ ਦਾ ਭਵਿੱਖ ਕਿੱਥੇ ਜਾਊਗਾ। ਉਹ ਲੋਕ ਵੀ ਇੱਥੇ ਹੀ ਮਿਲਦੇ ਨੇ ਕਿ ਨੌਕਰੀ ਦੀ ਤਲਾਸ਼ ਦੇ ਵਿੱਚ, ਭਵਿੱਖ ਦੀ ਤਲਾਸ਼ ਦੇ ਵਿੱਚ ਬਹੁਤ ਮੁੰਡੇ ਕੁੜੀਆਂ ਓਵਰੇਜ ਹੋ ਜਾਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਜ਼ਿੰਦਗੀ 'ਚ ਕਰੀਏ ਕੀ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਦਾ ਭਵਿੱਖ ਚੰਗਾ ਹੋਵੇ, ਮੈਡੀਕਲ, ਨਾਨ ਮੈਡੀਕਲ ਜਾਂ ਹੋਰ ਉਚੇਰੀ ਸਿੱਖਿਆ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ, ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮੈਡੀਪੀਡੀਆ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ। ਤੁਸੀਂ ਬੇਝਿਜਕ ਹੋ ਕੇ ਸਾਡੇ ਭਰੋਸੇ ਦੇ ਉੱਤੇ ਤੁਸੀਂ ਇਸ ਟੀਮ ਨੂੰ ਮਿਲ ਸਕਦੇ ਹੋ।